सतनाम श्री वाहिगुरु साहिब जी। वडहंस महला पहला घर दूजा। मोरी रुण चुन लाया पहने सावण आया। तेरे मुंध कटारे जेवड़ा तिन लोभी लोभ लुभाया। मोरी रुण चुन लाया पहने सावण आया। तेरे मुंध कटारे जेवड़ा तिन लोभी लोभ लुभाया। तेरे दर्शन विटो खन्निया वंजा। तेरे नाम विटो कुर्बानो। जा तू ता मैं मान किया है। तुद बिन केहा मेरा मानो। चूड़ा पहन पलंग स्यो मुंधे सण बाही सण बाहा। एते वेस करेंदिए मुंधे सहरातो अवराहा। ना मनियार ना चूड़िया ना सेवंगुड़िया। जो सह कंठ न लगिया जलन से बाहड़िया। सब सहिया सोहरावण गैया। हो दादी कै दर जावा। अम्माली हो खरी सुचज्जी तैसह एक न पावा। माठ गुंदाई पट्टिया भरिए मांग संधूरे। अगे गई न मनिया मरो विसूर विसूरे। मैरो बंदी सब जग रुन्ना रुन्नड़े वन हो पंखेरू। एक ना रुन्ना मेरे तन का बिरहा। जिन हो पिर हो विछोड़ी। सुपन आया पी गया मैं जल भरिया रोए। आए ना सका तुझ कन प्यारे भेज ना सका कोए। आओ सभागी नींदड़िए मत सहो देखा सोए। तै साहिब की बात जे आखै कहो नानक क्या दीजै। सीस वड्डे कर बैसन दीजै वेण सिर सेव करीजै। क्यों ना मरीजै जीअड़ा ना दीजै। जा सहो पया विडाणा। सीस वड्डे कर बैसन दीजै वेण सिर सेव करीजै। क्यों न मरीजै जीअड़ा ना दीजै। जा सहो पया विडाणा। वाहिगुरु जी का खालसा
ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਹਜ਼ੂਰੀ 'ਚ ਜੁੜ ਬੈਠੇ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਕੁਝ ਘੜੀਆਂ ਗੁਰੂ ਲੇਖੇ ਲਾਉਂਦਿਆਂ ਸਫਲਾ ਔਰ ਸਕਾਰਥਾ ਕਰ ਰਹੇ ਹੋ। ਆਸਾ ਜੀ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਤੋਂ ਉਪਰੰਤ ਸਤਿਗੁਰਾਂ ਵੱਲੋਂ ਬਖਸ਼ਿਸ਼ ਕੀਤੇ ਗਏ ਪਵਿੱਤਰ ਸ੍ਰੀ ਮੁਖਵਾਕ ਵਿਚਾਰਨ ਲਈ ਆਪਾਂ ਸਾਰੇ ਗੁਰੂ ਚਰਨਾਂ 'ਚ ਜੁੜ ਬੈਠੇ ਹਾਂ। ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਤਰੁੱਠੇ ਹਨ, ਕਿਰਪਾ ਦੇ ਘਰ ਵਿੱਚ ਆਏ ਹਨ। ਅੱਜ ਦਾ ਪਾਵਨ ਸ਼ਬਦ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਮੇਰੇ ਗੁਰਦੇਵ ਨੇ ਇਹ ਪਵਿੱਤਰ ਪਾਵਨ ਸ਼ਬਦ ਐਸੀ ਉੱਚੀ ਅਗੰਮੀ ਖੇਡ ਵਿੱਚ ਪਹੁੰਚ ਕੇ ਉਚਾਰਿਆ ਹੈ ਜਿੱਥੇ ਤੱਕ ਸਾਡੀਆਂ ਸੁਰਤੀਆਂ ਦੀ ਪਹੁੰਚ ਨਹੀਂ ਹੋ ਸਕਦੀ। ਅਖਰੀ ਅਰਥ ਆਪਾਂ ਸਾਰੇ ਵਿਚਾਰ ਲੈਂਦੇ ਹਾਂ, ਭਾਵ ਅਰਥ ਆਪੋ ਆਪਣੀ ਸੁਰਤੀ ਦੇ ਮੁਤਾਬਕ ਸਮਝਦੇ ਹਾਂ। ਪਰ ਜਿਹੜੇ ਡੂੰਘੇ ਭਾਵ ਗੁਰੂ ਨਾਨਕ ਸਾਹਿਬ ਨੇ ਛੂਏ ਹਨ, ਜਿਨ੍ਹਾਂ ਡੂੰਘੇ ਭਾਵਾਂ ਵਿੱਚ ਪਹੁੰਚ ਕੇ ਮੇਰੇ ਸਾਹਿਬ ਨੇ ਅੰਮ੍ਰਿਤ ਬਚਨ ਉਚਾਰੇ ਹਨ, ਉੱਥੇ ਤੱਕ ਪਹੁੰਚ ਹੋਣੀ ਸਾਡੇ ਵਰਗੇ ਤੁੱਛ ਬੁੱਧੀ ਵਾਲੇ ਜੀਵ ਨਹੀਂ ਪਹੁੰਚ ਸਕਦੇ। ਪਰ ਐਸਾ ਨਹੀਂ ਹੈ ਕਿ ਪਿੰਗਲਾ ਪਰਬਤ ਤੇ ਨਹੀਂ ਚੜ੍ਹ ਸਕਦਾ। ਗੁਰਦੇਵ ਦੀ ਦਇਆ ਦ੍ਰਿਸ਼ਟੀ ਹੋਵੇ, ਕਿਰਪਾ ਹੋਵੇ, ਤਾਂ ਫਿਰ ਉਹ ਪਿੰਗਲੇ ਵੀ ਪਰਬਤ ਚੜ੍ਹਨ ਯੋਗ ਹੋ ਜਾਂਦੇ ਹਨ। ਆਓ ਸੁਰਤੀਆਂ ਬਿਰਤੀਆਂ ਨੂੰ ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨਾਂ ਨਾਲ ਜੋੜੀਏ। ਐਸੇ ਮਹਾਨ ਸਤਿਗੁਰੂ ਕਲਯੁਗ ਦੇ ਜੀਵਾਂ ਦੇ ਪਾਰ ਉਤਾਰਨੇ ਵਾਸਤੇ, ਜਿਨ੍ਹਾਂ ਨੇ ਇਸ ਭਵ ਸਾਗਰ ਵਿੱਚ ਮਾਤ ਲੋਕ ਦੀ ਧਰਤੀ ਤੇ ਅਵਤਾਰ ਧਾਰਨ ਕੀਤਾ, ਸਾਡੇ ਵਰਗੇ ਤਪਦੇ ਬਲਦੇ ਹਿਰਦੇ ਵਲਗੇ ਜੀਵਾਂ ਨੂੰ ਆਪਣੇ ਨਾਮ ਦਾ ਅੰਮ੍ਰਿਤ ਜਲ ਦੇ ਕੇ ਠੰਡਿਆਂ ਠਾਰ ਕਰਨ ਵਾਸਤੇ ਮਹਾਰਾਜ ਗੁਰੂ ਨਾਨਕ ਸਾਹਿਬ ਸੰਸਾਰ ਵਿੱਚ ਆਏ ਹਨ। ਕਲ ਕੇ ਸਭ ਦੁਖ ਨਿਵਾਰਨ ਕੋ ਭਵ ਤਾਰਨ ਕੋ ਜਗ ਭੀਤਰ ਆਏ, ਜਗ ਜੀਰਨ ਸਾਧਨ ਦੂਰ ਕਰੇ ਦ੍ਰਿੜ ਸਾਧਨ ਰਾਮਹਿ ਨਾਮ ਬਤਾਏ। ਸਾਡੇ ਵਰਗੇ ਕਲੀ ਕਾਲ ਦੇ ਜੀਵਾਂ ਦੇ ਦੁੱਖਾਂ ਨੂੰ ਨਿਵਾਰਨ ਲਈ ਡੁੱਬਦੇ ਜਾਂਦੇ ਸਾਡੇ ਵਰਗੇ ਜੀਵਾਂ ਨੂੰ ਸੰਸਾਰ ਤੋਂ ਤਾਰਨ ਲਈ ਗੁਰੂ ਨਾਨਕ ਸਾਹਿਬ ਸੰਸਾਰ ਵਿੱਚ ਆਏ ਹਨ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦਾ ਆਉਣ ਵਾਲੇ ਦਿਨਾਂ 'ਚ ਪ੍ਰਕਾਸ਼ ਦਿਹਾੜਾ ਆ ਰਿਹਾ ਹੈ, ਪ੍ਰਕਾਸ਼ ਪੁਰਬ ਦਿਹਾੜਾ ਆ ਰਿਹਾ ਹੈ। ਕੱਤਕ ਦੀ ਪੂਰਨਮਾਸ਼ੀ। ਕਈਆਂ ਦੇ ਹਿਰਦਿਆਂ ਵਿੱਚ ਭਰਮ ਹੈ ਕਿ ਮਹੀਨਾ ਤਾਂ ਮੱਘਰ ਦਾ ਚੱਲ ਪਿਆ ਤੇ ਕੱਤਕ ਦੀ ਪੂਰਨਮਾਸ਼ੀ ਤਾਂ ਪਿਛਲੇ ਮਹੀਨੇ ਲੰਘ ਗਈ। ਜਿਹੜੇ ਬਿਕਰਮੀ ਸੰਮਤ ਦੇ ਸਾਲ ਹਨ, ਇਹ ਸੂਰਜ ਦੇ ਮੁਤਾਬਕ ਚੱਲਦੇ ਹਨ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਜਿਹੜੇ ਆਪਾਂ ਪੁਰਬ ਮਨਾਉਂਦੇ ਹਾਂ ਜਾਂ ਗੁਰੂ ਸਾਹਿਬਾਂ ਦੇ ਪੁਰਬ ਮਨਾਉਂਦੇ ਹਾਂ, ਉਹ ਚੰਦਰਮਾ ਦਾ ਕੈਲੰਡਰ ਚੱਲਦਾ ਹੈ। ਤੇ ਚੰਦਰਮਾ ਦੀਆਂ ਜਿਹੜੀਆਂ ਤਰੀਕਾਂ ਹੁੰਦੀਆਂ ਨੇ, ਉਹ 15 ਤਰੀਕਾਂ ਹੁੰਦੀਆਂ ਨੇ। ਔਰ ਉਹਦਾ ਜ਼ਿਕਰ ਬਕਾਇਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਹਾਰਾਜ ਜੀ ਨੇ 33 ਬਾਣੀ ਵਿੱਚ 15 ਤਰੀਕਾਂ ਦਾ ਹੀ ਕੀਤਾ ਹੈ। ਮੱਸਿਆ ਤੋਂ ਪੂਰਨਮਾਸ਼ੀ ਤੇ ਪੂਰਨਮਾਸ਼ੀ ਤੋਂ ਮੱਸਿਆ ਤੱਕ ਇਦਾਂ 15-15 ਦਿਨਾਂ ਦੇ 2 ਪੜਾਅ ਮੰਨੇ ਜਾਂਦੇ ਹਨ। ਤੋ ਮੱਘਰ ਦੀ ਸੰਕਰਾਂਤ ਵਾਲੇ ਦਿਨ, ਜਿਵੇਂ ਕਿ ਮੱਸਿਆ ਦਾ ਦਿਨ ਸੀ, ਦੀਵਾਲੀ ਮਨਾਈ, ਉਹ ਕੱਤਕ ਦੇ ਮਹੀਨੇ 'ਚ ਸੀ। ਤੇ ਕੁਦਰਤੀ ਤੌਰ ਤੇ ਉੱਥੋਂ ਜਿਹੜੇ ਅਗਲੇ 15 ਦਿਨ ਚੱਲਣੇ ਨੇ, ਉਹ ਕੱਤਕ ਦੀ ਪੂਰਨਮਾਸ਼ੀ ਗਿਣਨੀ ਹੈ 30 ਤਰੀਕ ਨੂੰ। ਇਸ ਕਰਕੇ ਇਦਾਂ ਦੇ ਭਰਮਾਂ ਵਿੱਚ ਨਹੀਂ ਪੈਣਾ ਚਾਹੀਦਾ। ਅੱਜ ਕੱਲ੍ਹ ਤਾਂ ਨਿੱਕੀ ਨਿੱਕੀ ਬਾਤ ਦਾ ਸ਼ੰਕਾ ਬਣਾ ਕੇ ਸਮਝਣ ਦਾ ਯਤਨ ਨਹੀਂ ਕਰਦੇ।
ਨਿਰਮੂਲ ਸ਼ੰਕਾ ਬਣਾ ਕੇ ਦੂਜਿਆਂ ਦੇ ਹਿਰਦਿਆਂ ਦੀਆਂ ਭਾਵਨਾਵਾਂ ਨੂੰ ਵੀ ਤੋੜਨ ਦਾ ਯਤਨ ਕਰਦੇ, ਦੁਬਿਧਾ ਪਾ ਦਿੰਦੇ ਹਨ। ਭਾਈ ਇਹ ਜਿਹੜੀ 30 ਨਵੰਬਰ ਨੂੰ ਪੂਰਨਮਾਸ਼ੀ ਆਉਣੀ ਹੈ, ਇਹ ਕੱਤਕ ਦੀ ਪੂਰਨਮਾਸ਼ੀ ਹੈ। ਮੱਘਰ ਦੀ ਪੂਰਨਮਾਸ਼ੀ ਉਸ ਤੋਂ ਬਾਅਦ ਵਿੱਚ ਆਉਣੀ। ਸੂਰਜ ਨੂੰ ਔਰ ਚੰਦਰਮਾ ਨੂੰ ਇੱਕੋ ਡਾਇਰੈਕਸ਼ਨ 'ਚ ਨਹੀਂ ਚਲਾ ਸਕਦੇ। ਬੇਵਕੂਫੀ ਦੇ ਵਿੱਚ ਆ ਕੇ ਲੋਕ ਜਦੋਂ ਇਹਨਾਂ ਗੱਲਾਂ ਨੂੰ ਨਹੀਂ ਸਮਝਦੇ, ਜਾਂ ਇਸ ਤਰ੍ਹਾਂ ਕਹਿ ਲਈਏ ਵੀ ਜਿਨ੍ਹਾਂ ਨੂੰ ਪਤਾ ਹੈ, ਜਾਣ ਬੁੱਝ ਕੇ ਭੋਲੇ ਸਿੱਖਾਂ ਦੇ ਹਿਰਦਿਆਂ 'ਚ ਭਰਮ ਪਾਉਂਦੇ ਹਨ। ਖੈਰ, ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਆ ਰਿਹਾ। ਆਉਣ ਵਾਲੇ ਸਮੇਂ ਵਿੱਚ ਗੁਰਸਿੱਖਾਂ ਨੇ ਪ੍ਰਭਾਤ ਫੇਰੀਆਂ ਸ਼ੁਰੂ ਕਰ ਦਿੱਤੀਆਂ ਹਨ। ਅੰਮ੍ਰਿਤ ਵੇਲੇ ਉੱਠ ਕੇ ਗਲੀ ਗਲੀ ਵਿੱਚ ਫਿਰ ਕੇ ਗੁਰਸਿੱਖ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਅੰਮ੍ਰਿਤਮਈ ਬਾਣੀ ਨੂੰ ਪੜ੍ਹ ਕੇ ਸਤਿਗੁਰਾਂ ਦੀ ਉਪਮਾ ਦੇ ਸੋਹਣੇ ਸ਼ਬਦ ਗਾਇਨ ਕਰਕੇ ਹੋਕਾ ਦੇ ਰਹੇ ਨੇ, ਸੰਗਤੇ ਸੁਚੇਤ ਹੋਵੋ, ਮਹਾਰਾਜ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਦਿਹਾੜਾ ਆ ਰਿਹਾ ਹੈ। ਕਿਉਂਕਿ ਸਤਿਗੁਰਾਂ ਦੇ ਆਉਣ ਤੋਂ ਪਹਿਲਾਂ ਹੀ ਸਿੱਖ ਦੇ ਹਿਰਦੇ 'ਚ ਚਾਅ ਜਾਗਦਾ ਹੈ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ। ਜਦੋਂ ਸੁਣਿਆ ਵੀ ਸਤਿਗੁਰਾਂ ਨੇ ਆਉਣਾ, ਉਸ ਤੋਂ ਪਹਿਲਾਂ ਹੀ ਚਾਅ ਚੜ ਜਾਂਦਾ ਨਾ। ਸਾਡੇ ਕਿਸੇ ਸੰਬੰਧੀ ਨੇ, ਸਾਡੇ ਕਿਸੇ ਮਿੱਤਰ ਨੇ ਆਉਣਾ ਹੋਵੇ ਤੇ ਸਾਨੂੰ ਚਾਅ ਚੜ ਜਾਂਦਾ ਤਿਆਰੀ ਕਰਨ, ਸਫਾਈ ਕਰੋ ਵੀ ਛੇਤੀ, ਆਹ ਚੀਜ਼ ਲਿਆਓ ਦੁਕਾਨ ਤੋਂ ਖਾਣ ਵਾਸਤੇ, ਆਹ ਚੀਜ਼ ਬਣਾਓ। ਮਹਾਰਾਜ ਸਾਡੇ ਮਿੱਤਰ ਨੇ ਆਉਣਾ, ਸਾਡੇ ਸੰਬੰਧੀ ਨੇ ਆਉਣਾ, ਪਹਿਲਾਂ ਹੀ ਚਾਅ ਚੜ ਜਾਂਦਾ ਨਾ। ਇਸੇ ਤਰ੍ਹਾਂ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਆਉਣ ਵਾਲੇ ਦਿਨਾਂ 'ਚ ਆਉਣਾ, ਪਰ ਗੁਰਸਿੱਖਾਂ ਦੇ ਹਿਰਦਿਆਂ ਵਿੱਚ ਚਾਅ ਹੋਣੇ ਤੋਂ ਪ੍ਰਾਰੰਭ ਹੈ। ਪ੍ਰਭਾਤ ਫੇਰੀਆਂ ਦਾ ਮਤਲਬ ਹੀ ਇਹ ਹੈ ਕਿ ਸਾਡੇ ਹਿਰਦਿਆਂ ਵਿੱਚ ਚਾਅ ਹੈ, ਸਤਿਗੁਰਾਂ ਆਉਣਾ ਹੈ। ਪੁਰਾਣੇ ਸਮਿਆਂ ਵਿੱਚ ਅੱਜ ਵਾਂਗੂ ਸਾਧਨ ਨਹੀਂ ਸਨ ਸੰਗਤਾਂ ਨੂੰ ਸੁਚੇਤ ਕਰਨ ਵਾਸਤੇ ਕਿ ਭਾਈ ਜਿਹੜੇ ਆਪਣੇ ਕੰਮ ਧੰਦੇ ਨੇ, ਕਣਕਾਂ ਬੀਜਣੀਆਂ ਨੇ ਜਾਂ ਹੋਰ ਕੰਮ ਕਰਨੇ ਆ ਜ਼ਮੀਂਦਾਰੇ ਦੇ, ਉਹ ਨਿਬੇੜ ਲਓ, ਕਿਉਂਕਿ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਆ ਰਿਹਾ। ਉਸ ਦਿਨ ਵਿਹਲੇ ਹੋ ਕੇ ਸਾਰਿਆਂ ਨੇ ਮਹਾਰਾਜ ਜੀ ਦਾ ਪੁਰਬ ਮਨਾਉਣਾ। ਇਹ ਨਾ ਹੋਵੇ ਉਧਰ ਪੁਰਬ ਹੋਵੇ ਤੇ ਤੁਸੀਂ ਆਖੋ ਵੀ ਹੁਣ ਕਣਕ ਦੀ ਬਿਜਾਈ ਕਰਨੀ ਹੈ ਜਾਂ ਫਲਾਣਾ ਕੰਮ ਕਰਨਾ ਹੈ। ਉਹ ਆਪਣੇ ਕੰਮ ਧੰਦੇ ਸਮੇਟ ਕੇ ਉਸ ਦਿਨ ਮਹਾਰਾਜ ਜੀ ਦੇ ਪਾਵਨ ਪੁਰਬ ਦੇ ਸਮਰਪਿਤ ਹੋ ਕੇ 2 ਦਿਨ ਅਖੰਡ ਪਾਠ ਸਾਹਿਬ ਚੱਲਣਗੇ। ਉਹਨਾਂ ਵਿੱਚ ਸੇਵਾ ਟਹਿਲ ਕਰਨੀ, ਬਾਣੀ ਪੜ੍ਹਨੀ, ਇਹ ਭਾਵਨਾ ਸੀ ਪੁਰਾਤਨ ਗੁਰਸਿੱਖਾਂ ਦੇ ਹਿਰਦਿਆਂ ਵਿੱਚ। ਹੁਣ ਤਾਂ ਅਖੰਡ ਪਾਠ ਸਾਹਿਬ ਦਾ ਭੋਗ ਪੈ ਜਾਂਦਾ ਹੈ, ਕੀਰਤਨ ਸਮਾਗਮ ਦਾ ਦੀਵਾਨ ਵੀ ਸਮਾਪਤ ਹੋ ਜਾਂਦਾ ਹੈ, ਤਕਰੀਬਨ ਲੰਗਰ ਦਾ ਵੇਲਾ ਸ਼ੁਰੂ ਹੋ ਜਾਂਦਾ, ਉਦੋਂ ਸੰਗਤਾਂ ਗੁਰੂ ਘਰ ਆਉਣਾ ਸ਼ੁਰੂ ਹੁੰਦੀਆਂ ਹਨ। ਐਸੀ ਬਿਰਤੀ ਨਹੀਂ ਹੋਣੀ ਚਾਹੀਦੀ। ਲੰਗਰ ਤਾਂ ਮਿਲ ਹੀ ਜਾਣਾ ਮਹਾਰਾਜ ਜੀ ਦੇ ਖਜ਼ਾਨਿਆਂ ਚੋਂ, ਉਹਨਾਂ ਦਾ ਹੀ ਖਾਂਦੇ ਆ ਸਾਰਾ ਸਾਲ, ਭਾਵੇਂ ਘਰ 'ਚ ਬਹਿ ਕੇ ਖਾਈਏ, ਭਾਵੇਂ ਗੁਰੂ ਕੇ ਲੰਗਰਾਂ 'ਚ ਖਾਈਏ, ਉਹ ਤਾਂ ਗੁਰੂ ਦਾ ਹੀ ਹੈ। ਦਾਣਾ ਪਾਣੀ ਗੁਰੂ ਕਾ ਹੈ, ਸਾਡੀ ਤਾਂ ਭਾਈ ਟਹਿਲ ਸੇਵਾ ਹੈ। ਤੇ ਜੇ ਉਹ ਟਹਿਲ ਸੇਵਾ ਵਿੱਚ ਹਿੱਸਾ ਨਹੀਂ ਪਾਵਾਂਗੇ, ਗੁਰੂ ਦੀਆਂ ਖੁਸ਼ੀਆਂ ਕਿਵੇਂ ਪ੍ਰਾਪਤ ਹੋਣਗੀਆਂ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਸਾਡੇ ਤੇ ਕਿਰਪਾ ਕੀਤੀ ਹੈ, ਸੰਸਾਰ ਦੇ ਜੀਵਾਂ ਦੇ ਪਾਰ ਉਤਾਰਨੇ ਵਾਸਤੇ ਇਸ ਭਵ ਸਾਗਰ ਵਿੱਚ ਆਏ ਹਨ। ਅੰਮ੍ਰਿਤ ਬਚਨ ਸਤਿਗੁਰੂ ਜੀ ਨੇ ਉਚਾਰੇ ਹਨ। ਰਾਗ ਵਡਹੰਸ ਦਾ ਇਹ ਪਿਆਰਾ ਸ਼ਬਦ ਹੈ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਆਦਿ ਗੁਰੂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਵਿੱਚ ਵਸਾਉਂਦੇ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪਹਿਲਾ ਘਰ ਦੂਜਾ। ਮੋਰੀ ਰੁਣ ਚੁਣ ਲਾਇਆ ਪਹਿਣੇ ਸਾਵਣ ਆਇਆ। ਰਾਗ ਵਡਹੰਸ ਹੈ, ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਪਾਵਨ ਸ੍ਰੀ ਮੁਖ ਵਾਕ ਸ਼ਬਦ ਹੈ। ਦੂਸਰੇ ਘਰ ਸੁਰਤਾਲ ਵਿੱਚ ਸ਼ਬਦ ਨੂੰ ਗਾਉਣ ਦਾ ਹੁਕਮ ਜਗਤ ਗੁਰੂ ਬਾਬਾ ਜੀ ਨੇ ਕੀਤਾ ਹੈ। ਪਾਤਸ਼ਾਹ ਕਹਿੰਦੇ ਮੋਰਾਂ ਨੇ ਰੁਣ ਝੁਣ ਲਾਈ ਹੈ, ਮਿੱਠੀ ਮਿੱਠੀ ਆਵਾਜ਼ ਵਿੱਚ ਬੋਲਦੇ ਨੇ ਮੋਰ। ਕਦੋਂ ਬੋਲਦੇ ਨੇ?
ਇਹ ਭੈਣੇ ਜਦੋਂ ਸਾਵਣ ਦਾ ਮਹੀਨਾ ਆਉਂਦਾ ਤੇ ਆਕਾਸ਼ ਵਿੱਚ ਕਾਲੇ ਰੰਗ ਦੀਆਂ ਘਟਾਵਾਂ ਆਉਂਦੀਆਂ ਨੇ, ਉਹਨਾਂ ਕਾਲੇ ਰੰਗ ਦੇ ਬੱਦਲਾਂ ਨੂੰ ਵੇਖ ਕੇ, ਘਟਾਵਾਂ ਨੂੰ ਵੇਖ ਕੇ ਮੋਰ ਜਿਹੜੇ ਨੇ ਉਹ ਮਿੱਠੀ ਮਿੱਠੀ ਆਵਾਜ਼ ਵਿੱਚ ਬੋਲਦੇ ਹਨ। ਇਸ ਤਰ੍ਹਾਂ ਵੀ ਮਹਾਂਪੁਰਸ਼ ਅਰਥ ਕਰਦੇ ਨੇ ਅਗਲੀਆਂ ਪੰਕਤੀਆਂ 'ਚ, ਜਿਵੇਂ ਆਇਆ ਨਾ, ਸੁਪਨੇ ਆਇਆ ਭੀ ਗਿਆ, ਵੀ ਜਦੋਂ ਸੁਪਨੇ ਦੇ ਵਿੱਚ ਅਕਾਲ ਪੁਰਖ ਪਰਮੇਸ਼ਰ ਦੇ ਦਰਸ਼ਨ ਹੋਏ, ਯਾਨੀ ਕਿ ਅਕਾਲ ਪੁਰਖ ਦੇ ਝਲਕ ਦਿਸੀ, ਉਹਦਾ ਚਮਕਾਰਾ ਪਿਆ ਨਾ, ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦਾ ਸਾਖਸ਼ਾਤਕਾਰ ਹੋਇਆ। ਸਾਖਸ਼ਾਤਕਾਰ ਹੋਣਾ, ਸੁਪਨੇ ਆਇਆ ਤੋਂ ਭਾਵ ਕੇ ਜਾਣ ਲਿਆ ਵੀ ਜਗਤ ਸੁਪਨਾ ਹੈ, ਇਹਦੇ ਵਿੱਚ ਜੋ ਸੱਚ ਹੈ ਉਹ ਵਾਹਿਗੁਰੂ ਪਰਮੇਸ਼ਰ ਹੈ। ਉਸ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਨੂੰ ਜਦੋਂ ਆਇਆ ਵੇਖਿਆ, ਉਹਦੀ ਝਲਕ ਪਈ, ਤਾਂ ਮੇਰੀਆਂ ਜਿੰਨੀਆਂ ਇੰਦਰੀਆਂ ਨੇ ਇਹ ਮੋਰਾਂ ਦੇ ਸਮਾਨ ਨੇ। ਪਰਮਾਤਮਾ ਦੇ ਸਰੂਪ ਦੀ ਝਲਕ ਵੇਖ ਕੇ ਇਹ ਜਿੰਨੀਆਂ ਇੰਦਰੀਆਂ ਨੇ ਖੇੜੇ 'ਚ ਖਿੜ ਗਈਆਂ ਨੇ, ਇਹ ਵਿਗਾਸ ਵਿੱਚ ਆ ਗਈਆਂ ਨੇ। ਉਹਨੂੰ ਕਹਿੰਦੇ ਆ ਰੁਣ ਝੁਣ ਲਾ ਦਿੱਤਾ ਮੋਰਾਂ ਨੇ। ਇੰਦਰੀਆਂ ਵਿੱਚ ਵੀ ਵਿਗਾਸ ਆ ਗਿਆ ਹੈ, ਨੇਤਰਾਂ ਵਿੱਚ ਰੰਗ ਚੜ ਗਿਆ ਪਰਮੇਸ਼ਰ ਦਾ, ਸ਼ਰਵਣਾ ਵਿੱਚ ਗੁਰੂ ਕਾ ਸ਼ਬਦ ਸੁਣਾਈ ਦੇਣ ਲੱਗ ਪਿਆ ਹੈ, ਰਸਨਾ ਤੇ ਗੁਰੂ ਕੇ ਸ਼ਬਦ ਦੇ ਅੰਮ੍ਰਿਤ ਬੋਲ ਬੋਲਣੇ ਸ਼ੁਰੂ ਹੋ ਗਏ ਹਨ, ਹੱਥ ਗੁਰੂ ਕੀ ਟਹਿਲ ਵਿੱਚ ਲੱਗ ਗਏ ਹਨ, ਚਰਨ ਗੁਰੂ ਕੇ ਯਾਤਰਾ ਧਰਮ ਸਥਾਨਾਂ ਤੇ ਚੱਲ ਕੇ ਜਾਣ ਵਾਸਤੇ ਉਤਸ਼ਾਹਿਤ ਹੋ ਗਏ ਹਨ। ਤੋ ਇਸ ਪ੍ਰਕਾਰ ਨਾਲ ਕਹਿੰਦੇ ਸਾਰੀਆਂ ਜਿਹੜੀਆਂ ਇੰਦਰੀਆਂ ਨੇ ਇਹਨਾਂ ਵਿੱਚ ਵੀ ਵਿਗਾਸ ਤੇ ਖੇੜਾ ਪੈਦਾ ਹੋ ਗਿਆ। ਹੁਣ ਅੱਖਾਂ ਬੁਰਾ ਨਹੀਂ ਵੇਖਦੀਆਂ, ਕੰਨ ਹੁਣ ਬੁਰਾ ਨਹੀਂ ਸੁਣਦੇ, ਇਸੇ ਤਰ੍ਹਾਂ ਨਾਸਕਾ ਹੁਣ ਸੁਗੰਧੀਆਂ ਦੁਰਗੰਧੀਆਂ ਦੇ ਉਲਝੇਵੇਂ ਵਿੱਚ ਨਹੀਂ ਉਲਝੀ ਰਹਿੰਦੀ। ਹੱਥ ਜਿਹੜੇ ਨੇ ਮਹਾਰਾਜ ਜੀ ਦੀ ਸੇਵਾ ਟਹਿਲ 'ਚ ਲੱਗੇ ਹੋਏ, ਪਰਾਏ ਤਨ ਤੇ ਪਰਾਏ ਧਨ ਵੱਲ ਨਹੀਂ ਵੱਧਦੇ, ਪੈਰ ਕੁਸੰਗ ਵਾਲੇ ਪਾਸੇ ਨਹੀਂ ਚੱਲ ਕੇ ਜਾਂਦੇ। ਇਹਨਾਂ ਮੋਰਾਂ ਦੇ, ਇਹ ਸਾਰੀਆਂ ਇੰਦਰੀਆਂ ਮੋਰ ਨੇ। ਮੋਰੀ ਸ਼ਬਦ ਆਇਆ ਨਾ, ਬਹੁ ਵਚਨ ਹੈ, ਤੇ ਇੰਦਰੀਆਂ ਵੀ ਬਹੁਤੀਆਂ ਹਨ। ਇਸ ਕਰਕੇ ਇਹਨਾਂ ਵਿੱਚ ਰੁਣ ਝੁਣ ਰਸ ਆ ਗਿਆ, ਆਨੰਦ ਵਰਤ ਗਿਆ ਹੈ। ਏਦਾਂ ਵੀ ਮਹਾਂਪੁਰਸ਼ ਇਸ ਪਾਵਨ ਪੰਕਤੀ ਦਾ ਅਰਥ ਕਰਦੇ ਨੇ ਅਗਲੀ ਪੰਕਤੀ ਨਾਲ ਜੋੜ ਕੇ। ਇਸ ਤਰ੍ਹਾਂ ਵੀ ਸੁਰਤ ਵਿੱਚ ਅਰਥ ਆਉਂਦਾ ਹੈ ਕਿ ਜਿਵੇਂ ਜੇਠ ਹਾੜ ਦੇ ਤਰਾਟਕੇ ਤੋਂ ਬਾਅਦ ਸਾਵਣ ਦਾ ਮਹੀਨਾ ਆਉਂਦਾ ਹੈ, ਅੱਤ ਦੀ ਗਰਮੀ ਤੋਂ ਨਿਜਾਤ ਪ੍ਰਾਪਤ ਹੁੰਦੀ ਹੈ, ਸਾਰੀ ਬਨਸਪਤੀ ਮੀਂਹ ਪੈਂਦਿਆਂ ਖੇੜੇ ਵਿੱਚ ਆ ਜਾਂਦੀ ਹੈ, ਮੋਰ ਖੁਸ਼ ਹੋ ਜਾਂਦੇ ਹਨ, ਬਬੀਹੇ ਬੋਲਦੇ ਹਨ। ਇਸੇ ਤਰ੍ਹਾਂ 84 ਲੱਖ ਜੂਨੀਆਂ ਦਾ ਜਿਹੜਾ ਗੇੜਾ ਹੈ ਉਹ ਜੇਠ ਤੇ ਹਾੜ ਦਾ ਤਰਾਟਕਾ ਹੈ, ਬੜਾ ਭਿਆਨਕ ਗਰਮੀ ਦੇ ਵਾਲਾ, ਤਪਸ਼ ਭਰਿਆ। 84 ਲੱਖ ਜੂਨੀਆਂ ਵਿੱਚ ਦੁੱਖ ਹੀ ਦੁੱਖ ਨੇ ਗੁਰੂ ਖਾਲਸਾ ਜੀ। ਅਸੀਂ ਅਕਸਰ ਕਿਸੇ ਪਸ਼ੂ ਨੂੰ, ਕਿਸੇ ਪੰਛੀ ਨੂੰ, ਜਾਨਵਰ ਨੂੰ ਵੇਖ ਕੇ ਸੋਚ ਲੈਂਦੇ ਹਾਂ ਵੀ ਇਹ ਜੀਵ ਜਿਹੜੇ ਨੇ, ਜਾਨਵਰ, ਪਸ਼ੂ, ਪੰਛੀ ਬੜੇ ਖੁਸ਼ ਨੇ, ਪਰ ਇਹਨਾਂ ਦੀ ਜੂਨੀ ਦੇ ਵਿੱਚ ਜੋ ਕਸ਼ਟ ਹਨ, ਜੋ ਦੁੱਖ ਨੇ, ਉਹੀ ਜਾਣਦੇ ਹਨ। ਭਿਆਨਕ ਦੁੱਖਾਂ ਕਰਕੇ ਵੀ ਵਿਆਕੁਲ ਨੇ, ਬੇਬਲ ਹਨ। 84 ਲੱਖ ਜੂਨੀਆਂ ਦੇ ਗੇੜੇ ਦੇ ਭਟਕਣ ਤੋਂ ਬਾਅਦ ਸਾਡੀ ਇਹ ਜਿਹੜੀ ਮਨੁੱਖੀ ਕਾਇਆ ਸਾਨੂੰ ਪ੍ਰਾਪਤ ਹੋਈ ਹੈ, ਇਹ ਸਾਵਣ ਦਾ ਮਹੀਨਾ ਹੈ। ਤੇ ਭੈਣੇ ਜਿਹੜਾ ਇਹ ਸਾਵਣ ਦਾ ਮਹੀਨਾ ਆਇਆ, ਗੁਰਮੁਖਾਂ ਨੂੰ ਚਾਅ ਚੜ ਗਿਆ, ਗੁਰਮੁਖ ਮੋਰ ਬਣ ਕੇ ਆਪਣੇ ਇਸ ਸਾਵਣ ਦੇ ਮਹੀਨੇ ਦਾ ਲਾਭ ਪ੍ਰਾਪਤ ਕਰਦੇ ਹਨ। ਬੋਲਦੇ ਨੇ ਮਿੱਠੀ ਮਿੱਠੀ ਆਵਾਜ਼ ਵਿੱਚ, ਕੀ ਬੋਲਦੇ ਨੇ? ਗੁਰੂ ਕੀ ਬਾਣੀ ਬੋਲਦੇ ਨੇ। ਗੁਰੂ ਕੇ ਸ਼ਬਦ ਨੂੰ ਰੁਣ ਝੁਣ ਲਾ ਕੇ ਆਪਣੀ ਰਸਨਾ ਤੋਂ ਪੜ੍ਹਦੇ ਰਹਿੰਦੇ ਹਨ। ਐਸੇ ਬਹੁਤ ਗੁਰਮੁਖ ਪਿਆਰੇ ਗੁਰਸਿੱਖ ਨੇ ਜਿਹੜੇ ਹਰ ਵੇਲੇ ਆਪਣੀ ਰਸਨਾ ਤੋਂ ਗੁਰਬਾਣੀ ਪੜ੍ਹਦੇ ਹਨ। ਉਹਨਾਂ ਨੂੰ ਹੋਰ ਕੋਈ ਗੱਲ ਸੁਝਦੀ ਨਹੀਂ, ਔੜਦੀ ਨਹੀਂ ਹੈ। ਉਹ ਕਹਿੰਦੇ ਹੋਰ ਕੀ ਗੱਲਾਂ ਕਰਨੀਆਂ ਹਨ, ਖਾਲੀ ਘੜੇ ਵਾਂਗੂ ਬੋਲੀ ਜਾਣ ਦਾ ਕੀ ਮਤਲਬ, ਕੀ ਪ੍ਰਯੋਜਨ ਹੈ। ਆਪਣੀ ਰਸਨਾ ਤੋਂ ਹਰ ਵੇਲੇ ਸਾਹਿਬ ਦੀ ਅੰਮ੍ਰਿਤਮਈ ਗੁਰਬਾਣੀ ਦਾ ਜਾਪ ਕਰਨਾ, ਗੁਰਬਾਣੀ ਦਾ ਪਾਠ ਕਰਨਾ, ਗੁਰਮੰਤਰ, ਮੂਲ ਮੰਤਰ, ਜਪਜੀ ਸਾਹਿਬ ਦਾ ਅਭਿਆਸ ਕਰਨਾ। ਐਸੇ ਬਹੁਤ ਗੁਰਸਿੱਖ ਹਨ ਜਿਹੜੇ ਸਾਰਾ ਦਿਨ 51 ਪਾਠ ਸ੍ਰੀ ਜਪਜੀ ਸਾਹਿਬ ਦੇ ਸਾਰੇ ਦਿਨ ਚ ਕਰਦੇ ਨੇ। ਜਿਹਨਾਂ 51 ਪਾਠ ਜਪਜੀ ਸਾਹਿਬ ਦੇ ਕਰਨੇ ਆਪਣੀ ਰਸਨਾ ਤੋਂ ਪੜ੍ਹ ਕੇ, ਉਹਨਾਂ ਨੂੰ ਬੋਲਣ ਦਾ ਸਮਾਂ ਹੀ ਨਹੀਂ ਹੈ। ਨਾਲੇ ਉਦਾਂ ਹੀ ਗੱਲਾਂ ਕਰੀ ਜਾਣੀਆਂ, ਆਲ ਬਾਲ ਬੋਲੀ ਜਾਣ ਦਾ ਕੋਈ ਮਤਲਬ ਨਹੀਂ ਹੈ।
ਅਤੀ ਅਵਸ਼ਕ ਜ਼ਰੂਰੀ ਬਾਤ ਹੋਵੇ ਕਰ ਲਵੋ, ਜੇ ਕੋਈ ਜ਼ਰੂਰੀ ਨਹੀਂ ਤਾਂ ਭਾਈ ਫਿਰ ਗੁਰਬਾਣੀ ਪੜ੍ਹ ਲਓ, ਗੁਰਬਾਣੀ ਦਾ ਜਾਪ ਕਰ ਲਓ। ਇਹੀ ਸਾਡੇ ਜੀਵਨ ਦਾ ਪ੍ਰਯੋਜਨ ਤੇ ਸਾਡਾ ਲਕਸ਼ ਹੈ। ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਮੋਰਾਂ ਨੇ ਰੁਣ ਝੁਣ ਲਾਈ ਹੋਈ ਹੈ ਭੈਣੇ, ਇਹ ਸਾਵਣ ਦਾ ਮਹੀਨਾ ਆਇਆ ਹੈ। ਤੇਰੇ ਮੁੰਦ ਕਟਾਰੇ ਜੇ ਵਡਾ, ਤਿਨ ਲੋਭੀ ਲੋਭ ਲੁਭਾਇਆ। ਮਹਾਰਾਜ ਤੁਹਾਡਾ ਜਿਹੜਾ ਨੇਤਰਾਂ ਦਾ ਤੱਕਣਾ ਹੈ ਉਹ ਤਿੱਖੀ ਕਟਾਰ ਵਾਂਗੂ ਹੈ, ਉਹ ਰੱਸੀ ਵਾਂਗੂ ਮੈਨੂੰ ਬੰਨ੍ਹ ਲੈਂਦੇ। ਜਦੋਂ ਤੁਸੀਂ ਮੇਰੇ ਵੱਲ ਵੇਖਦੇ ਹੋ ਤੇ ਮੈਂ ਬੰਨਿਆ ਜਾਂਦਾ। ਮਹਾਰਾਜ ਤਿੱਖੀ ਕਟਾਰ ਵਾਂਗੂ ਤੁਸੀਂ ਤੱਕਦੇ ਹੋ ਤੇ ਤੁਹਾਡੀ ਤੱਕਣੀ ਮੇਰੇ ਹਿਰਦੇ ਤੱਕ ਉਤਰ ਜਾਂਦੀ ਹੈ। ਜਿਵੇਂ ਕਟਾਰ ਕਿਸੇ ਦੇ ਸਰੀਰ 'ਚ ਘੋਪ ਦੇਈਏ ਤੇ ਸਰੀਰ 'ਚ ਪ੍ਰਵੇਸ਼ ਕਰ ਜਾਂਦੀ ਹੈ। ਮਹਾਰਾਜ ਜਦੋਂ ਤੁਸੀਂ ਆਪਣੀ ਦ੍ਰਿਸ਼ਟੀ ਕਰਕੇ ਵੇਖਦੇ ਹੋ, ਤੁਹਾਡੀ ਦ੍ਰਿਸ਼ਟੀ ਸਾਡੇ ਹਿਰਦਿਆਂ ਵਿੱਚ ਉਤਰਦੀ ਹੈ। ਔਰ ਮਹਾਰਾਜ ਅਸੀਂ ਬੰਨੇ ਜਾਂਦੇ ਹਾਂ, ਬਿਨਾਂ ਰੱਸੀਆਂ ਤੋਂ ਬੰਨੇ ਜਾਂਦੇ ਹਾਂ। ਰੱਸੀ ਨਾਲ ਨਹੀਂ ਬੰਨਦੇ ਮਹਾਰਾਜ ਤੁਸੀਂ ਸਾਨੂੰ, ਤੁਸੀਂ ਤਾਂ ਵੇਖ ਕੇ ਹੀ ਬੰਨ ਲੈਂਦੇ ਹੋ, ਮੰਤਰ ਮੁਗਧ ਕਰ ਲੈਂਦੇ ਹੋ ਮਹਾਰਾਜ। ਤੇ ਮਹਾਰਾਜ ਮੇਰਾ ਮਨ ਲੋਭੀ ਹੋਇਆ ਤੁਹਾਡੇ ਦਰਸ਼ਨਾਂ ਦਾ, ਲੁਭਾਏ ਮਾਨ ਹੋਇਆ, ਹਰ ਵੇਲੇ ਤੁਹਾਨੂੰ ਹੀ ਵੇਖਦਾ ਰਹਿੰਦਾ, ਤੁਹਾਨੂੰ ਹੀ ਤੱਕਦਾ ਰਹਿੰਦਾ ਹੈ। ਤੁਹਾਡੇ ਦਰਸ਼ਨਾਂ ਦਾ ਹੀ ਭੌਰਾ ਬਣਿਆ, ਲੋਭੀ ਬਣਿਆ। ਇਹਦੇ ਮਨ 'ਚ ਇੱਕੋ ਹੀ ਲਾਲਚ ਹੈ ਵੀ ਵੱਧ ਤੋਂ ਵੱਧ ਸਤਿਗੁਰਾਂ ਦੇ ਦਰਸ਼ਨ ਹੋ ਜਾਣ, ਮਹਾਰਾਜ ਜੀ ਦੇ ਦੀਦਾਰ ਹੋ ਜਾਣ। ਇਸ ਲੋਭ ਦੇ ਵਿੱਚ ਮੇਰੇ ਇਸ ਲੋਭੀ ਮਨ ਨੂੰ ਤੁਸੀਂ ਲੁਭਾਇਆ ਹੋਇਆ। ਤੇਰੇ ਦਰਸ਼ਨ ਵਿਟੋ ਖੰਨੀਐ ਵੰਜਾ, ਤੇਰੇ ਨਾਮ ਵਿਟੋ ਕੁਰਬਾਨੋ। ਮਹਾਰਾਜ ਤੁਹਾਡੇ ਦਰਸ਼ਨਾਂ ਤੋਂ ਮੈਂ ਟੁਕੜੇ ਟੁਕੜੇ ਹੋ ਜਾਵਾਂ। ਖੰਨੀ ਦਾ ਮਤਲਬ ਹੁੰਦਾ ਟੁਕੜੇ, ਖੰਨੀਆਂ, ਟੁਕੜੇ ਟੁਕੜੇ ਹੋ ਜਾਵਾਂ ਆਪ ਜੀ ਦੇ ਦਰਸ਼ਨ ਕਰਕੇ। ਔਰ ਮਹਾਰਾਜ ਤੁਹਾਡੇ ਨਾਮ ਵਿਟੋਂ ਮੈਂ ਕੁਰਬਾਨ ਹੋ ਜਾਵਾਂ। ਤੁਹਾਡਾ ਨਾਮ ਸੁਣਾ ਤੇ ਆਪਣਾ ਆਪ ਕੁਰਬਾਨ ਕਰ ਦਿਆਂ। ਤੇ ਮਹਾਰਾਜ ਜਦੋਂ ਦਰਸ਼ਨ ਕਰਾਂ ਤੇ ਤੁਹਾਡੇ ਤੋਂ ਟੁਕੜੇ ਟੁਕੜੇ ਹੋ ਜਾਵਾਂ, ਯਾਨੀ ਕਿ ਵਾਰੇ ਵਾਰੇ ਜਾਵਾਂ, ਬਲਿਆਰ ਜਾਵਾਂ। ਆਪ ਜੀ ਦਾ ਨਾਮ ਸੁਣਾ ਤੇ ਕੁਰਬਾਨ ਹੋ ਜਾਵਾਂ। ਵਾਸਤਾ ਪਾਇਆ ਜਦੋਂ ਆ ਕੇ ਕਿਸੇ ਨੇ ਸਤਿਗੁਰਾਂ ਦੇ ਖਾਲਸੇ ਅੱਗੇ, ਗੁਰੂ ਖਾਲਸਾ ਜੀ ਤੁਹਾਨੂੰ ਗੁਰੂ ਨਾਨਕ ਦਾ ਵਾਸਤਾ ਹੈ, ਸਾਡੀ ਬਾਂਹ ਫੜੋ। ਤੇ ਮਹਾਰਾਜ ਜੀ ਦਾ ਨਾਂ ਸੁਣ ਕੇ ਉਸ ਵੇਲੇ ਉਹਨਾਂ ਗੁਰਸਿੱਖਾਂ ਨੇ ਉਹਨਾਂ ਦੀ ਬਾਂਹ ਫੜ ਕੇ ਭਾਵੇਂ ਆਪਣਾ ਆਪ ਕੁਰਬਾਨ ਕਰਨਾ ਪਿਆ ਕਰ ਦਿੱਤਾ। ਮਹਾਰਾਜ ਤੁਹਾਡੇ ਨਾਮ ਤੋਂ ਕੁਰਬਾਨ ਹੋ ਜਾਈਏ, ਆਪਣਾ ਆਪ ਵਾਰ ਦਈਏ ਮਹਾਰਾਜ ਆਪ ਜੀ ਦੇ ਅੰਮ੍ਰਿਤ ਨਾਮ ਤੋਂ। ਜਾ ਤੂ ਤਾ ਮੈਂ ਮਾਣ ਕੀਆ ਹੈ, ਤੁਧ ਬਿਨ ਕਿਹਾ ਮੇਰਾ ਮਾਣੋ। ਮਹਾਰਾਜ ਜੀ ਤੁਸੀਂ ਹੋ ਤਾਂ ਮੈਂ ਮਾਣ ਕੀਤਾ, ਮੇਰਾ ਮਾਣ ਤੁਹਾਡੇ ਕਰਕੇ ਹੈ। ਸਿੱਖ ਦਾ ਸਨਮਾਨ, ਸਿੱਖ ਦਾ ਸਤਿਕਾਰ, ਸਿੱਖ ਦੀ ਸੋਭਾ ਤੇ ਸਿੱਖ ਦੀ ਵਡਿਆਈ ਗੁਰੂ ਕਰਕੇ ਹੈ। ਸਾਡੇ ਗੁਰੂ ਪਾਤਸ਼ਾਹ ਕਰਕੇ ਸਾਡੀ ਸੋਭਾ ਹੈ, ਸਾਡਾ ਮਾਣ ਹੈ, ਸਾਡਾ ਸਨਮਾਨ ਹੈ। ਤੇ ਜੇ ਅਸੀਂ ਆਪਣੇ ਗੁਰੂ ਦੀ ਪਨਾਹ ਵਿੱਚ ਨਹੀਂ ਹਾਂ, ਗੁਰੂ ਕੀ ਸ਼ਰਨ ਵਿੱਚ ਨਹੀਂ ਹਾਂ, ਤੇ ਫਿਰ ਸਾਡਾ ਕਾਹਦਾ ਮਾਣ। ਮਹਾਰਾਜ ਤੁਸੀਂ ਹੋ ਤਾਂ ਮੈਂ ਮਾਣ ਕੀਤਾ, ਤੁਹਾਡੇ ਬਿਨਾ ਮੇਰਾ ਕਿਹੜਾ ਮਾਣ। ਮਹਾਰਾਜ ਕੌਣ ਜਾਣਦਾ ਮੈਨੂੰ, ਕੋਈ ਨਾ ਜਾਣਨਾ, ਕੋਈ ਨਾ ਮੰਨਣਾ। ਮਹਾਰਾਜ ਕੋਈ ਨਹੀਂ ਜਾਣਦਾ, ਕੋਈ ਨਹੀਂ ਸਾਨੂੰ ਜਾਣਦਾ ਮੰਨਦਾ। ਪਰ ਮਹਾਰਾਜ ਜਦੋਂ ਤੁਹਾਡੀ ਸ਼ਰਨ ਚ ਆਏ ਤੇ ਸੇ ਪ੍ਰਗਟ ਹਰ ਦੁਆਰੇ, ਉਹ ਤੁਹਾਡੇ ਦੁਆਰ ਤੇ ਆ ਕੇ ਪ੍ਰਗਟ ਹੋ ਗਏ, ਸੰਸਾਰ ਚ ਜ਼ਾਹਰ ਹੋ ਗਏ। ਕੋਈ ਨਾ ਜਾਣਨਾ, ਕੋਈ ਨਾ ਮੰਨਣਾ, ਸੇ ਪ੍ਰਗਟ ਹਰ ਦੁਆਰ, ਉਹ ਪ੍ਰਗਟ ਹੋ ਗਏ। ਉਹਨਾਂ ਦੀ ਸੋਭਾ ਸੰਸਾਰ ਦੇ ਵਿੱਚ ਉਜਾਗਰ ਹੋ ਗਈ। ਗਰੀਬ ਨਵਾਜ਼ ਸਾਹਿਬ ਜੀ ਤੁਹਾਡੇ ਬਿਨਾ ਸਾਡਾ ਕੋਈ ਮਾਣ ਨਹੀਂ। ਸਾਡੇ ਸਿਰਾਂ ਤੇ ਸਰਦਾਰੀਆਂ ਹਨ, ਸਾਡੇ ਸਿਰਾਂ ਦੇ ਉੱਤੇ ਦਸਤਾਰਾਂ ਹਨ, ਜੋ ਸਾਨੂੰ ਸਰਦਾਰ ਜੀ ਕਹਿ ਕੇ ਸੰਸਾਰ ਦੇ ਵਿੱਚ ਸੰਬੋਧਨ ਕੀਤਾ ਜਾਂਦਾ ਹੈ। ਇਹ ਕਲਗੀਆਂ ਵਾਲੇ ਪਾਤਸ਼ਾਹ, ਇਹ ਤੁਹਾਡੀਆਂ ਬਖਸ਼ੀਆਂ ਸਰਦਾਰੀਆਂ, ਤੁਹਾਡੇ ਕਰਕੇ ਸਾਡਾ ਮਾਣ ਹੈ। ਨਹੀਂ ਤਾਂ ਲਤਾੜ ਦਿੱਤਾ ਜਾਂਦਾ ਸੀ ਪੈਰਾਂ ਥੱਲੇ।
ਦਬ ਦਿੱਤਾ ਜਾਂਦਾ ਸੀ, ਕੁਚਲ ਦਿੱਤਾ ਜਾਂਦਾ ਸੀ। ਕੌਣ ਹੋ ਤੁਸੀਂ ਸਿਰਾਂ ਤੇ ਪੱਗਾਂ ਬੰਨਣ ਵਾਲੇ? ਸਾਡੇ ਰਾਜ ਵਿੱਚ ਟੋਪੀਆਂ ਪਾਓ, ਟੋਪੀਆਂ ਪਾ ਕੇ ਸਾਡੇ ਸਾਹਮਣੇ ਗੁਲਾਮ ਬਣ ਕੇ ਖਲੋਇਆ ਕਰੋ। ਕੋਈ ਹੱਕ ਨਹੀਂ ਤੁਹਾਨੂੰ ਸਿਰਾਂ ਤੇ ਦਸਤਾਰਾਂ ਬੰਨਣ ਦਾ। ਖਬਰਦਾਰ ਜੇ ਤੁਹਾਡੇ ਚੋਂ ਕੋਈ ਘੋੜੇ ਤੇ ਚੜਿਆ ਸਾਡੇ ਸਾਹਮਣੇ, ਜਦੋਂ ਅਸੀਂ ਆਈਏ ਤੁਹਾਡੀਆਂ ਧੌਣਾਂ ਨੀਵੀਆਂ ਹੋਣੀਆਂ ਚਾਹੀਦੀਆਂ ਨੇ, ਸਿਰ ਝੁਕੇ ਹੋਣੇ ਚਾਹੀਦੇ ਨੇ। ਖਬਰਦਾਰ ਜੇ ਤੁਹਾਡੇ ਗਾਤਰੇ 'ਚ ਕਿਸੇ ਦੇ ਵਿੱਚ ਅਸੀਂ ਸ਼ਸਤਰ ਵੇਖ ਲਿਆ, ਤਲਵਾਰ ਵੇਖ ਲਈ। ਇਹ ਦਸ਼ਾ ਸੀ ਹਿੰਦੁਸਤਾਨ ਦੇ ਲੋਕਾਂ ਦੀ। ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਨੇ ਸਾਨੂੰ ਦਸਤਾਰਾਂ ਬਖਸ਼ੀਆਂ, ਗੁਰਦੇਵ ਨੇ ਸਾਨੂੰ ਘੋੜਿਆਂ ਦੀਆਂ ਹੰਨੇ ਦੀਆਂ ਪਾਤਸ਼ਾਹੀਆਂ ਦੇ ਦਿੱਤੀਆਂ ਔਰ ਸ਼ਸਤਰਧਾਰੀ ਬਣਾਇਆ ਤੇ ਸਮੇਂ ਦੇ ਜ਼ਾਲਮਾਂ ਦੇ ਮੂੰਹ ਤੇ ਵੱਡੀ ਚਪੇੜ ਮਾਰੀ। ਇਸ ਕਰਕੇ ਸਾਡਾ ਮਾਣ ਸਤਿਗੁਰਾਂ ਕਰਕੇ ਹੈ, ਗੁਰੂ ਕਰਕੇ ਹੈ। ਕਦੇ ਵੀ ਕਿਸੇ ਸਿੱਖ ਦਾ ਸਤਿਕਾਰ ਹੁੰਦਾ ਹੈ, ਕਦੇ ਵੀ ਕਿਸੇ ਸਿੱਖ ਦੀ ਸੋਭਾ ਹੁੰਦੀ, ਵਡਿਆਈ ਹੁੰਦੀ ਹੈ, ਤਾਂ ਉਸ ਸਿੱਖ ਦੇ ਹਿਰਦੇ ਵਿੱਚ ਇਹੀ ਭਾਵਨਾ ਹੁੰਦੀ ਹੈ, ਇਹ ਵਡਿਆਈ ਮੇਰੇ ਗੁਰੂ ਕਰਕੇ, ਨਹੀਂ ਤਾਂ ਮੈਨੂੰ ਕੌਣ ਜਾਣਦਾ ਹੈ। ਇਹ ਸੋਭਾ ਮੇਰੇ ਗੁਰੂ ਕਰਕੇ, ਨਹੀਂ ਤਾਂ ਮੇਰੀ ਕਾਹਦੀ ਸੋਭਾ। ਇਹ ਪੰਜ ਤੱਤਾਂ ਦੇ ਪੁਤਲੇ ਦੀ ਕੀ ਸੋਭਾ ਹੋ ਸਕਦੀ ਹੈ? ਇਹ ਗੰਦ ਕਬਾੜ ਨਾਲ ਭਰੇ ਹੋਏ ਸਰੀਰ ਦੀ ਕੀ ਸੋਭਾ ਹੈ? ਇਹ ਸੋਭਾ ਮੇਰੇ ਗੁਰੂ ਕਰਕੇ ਹੈ, ਵਡਿਆਈ ਮੇਰੇ ਗੁਰੂ ਕਰਕੇ ਹੈ। ਤਦੇ ਮਹਾਰਾਜ ਜੀ ਨੇ ਕਿਹਾ, ਮਹਾਰਾਜ ਜੇ ਨਿੰਦਾ ਹੋਵੇ ਤੇ ਮੈਂ ਛੱਡ ਕੇ ਨਹੀਂ ਜਾਣਾ ਤੁਹਾਡਾ ਦਰ, ਤੇ ਜੇ ਤੁਹਾਡੀ ਮੇਰੀ ਸੋਭਾ ਹੋਵੇ ਤਾਂ ਮੈਂ ਇਹ ਜਾਣਦਾ ਮਹਾਰਾਜ ਇਹ ਤੁਹਾਡੀ ਸੋਭਾ, ਤੁਹਾਡੀ ਵਡਿਆਈ, ਮੇਰੀ ਨਹੀਂ ਹੈ। ਮੇਰੀ ਕਾਹਦੀ ਸੋਭਾ ਮਹਾਰਾਜ? ਕਿਸ ਵੇਲੇ ਗਰਕ ਹੋ ਜਾ, ਕਿਸ ਵੇਲੇ ਮਿੱਟੀ ਦੀ ਢੇਰੀ ਹੋ ਜਾ। ਇੱਕ ਪਾਣੀ ਦੇ ਬੁਦਬੁਦੇ ਦੀ ਕੀ ਸੋਭਾ ਹੋ ਸਕਦੀ ਹੈ? ਮਹਾਰਾਜ ਸੋਭਾ ਤਾਂ ਉਹਦੀ ਹੈ ਜਿਹੜਾ ਉਹ ਬੁਦਬੁਦਾ ਸਮੁੰਦਰ ਵਿੱਚ ਪੈਦਾ ਹੁੰਦਾ। ਸੋਭਾ ਸਮੁੰਦਰ ਦੀ ਹੈ ਨਾ, ਬੁਦਬੁਦੇ ਦੀ ਕਾਹਦੀ ਸੋਭਾ? ਮਹਾਰਾਜ ਸਾਡੀ ਸੋਭਾ, ਸਾਡੀ ਵਡਿਆਈ, ਸਾਡਾ ਮਾਣ ਤੁਹਾਡੇ ਕਰਕੇ ਹੈ। हे ਗੁਰੂ ਤੇਗ ਬਹਾਦਰ ਸਾਹਿਬ, ਤੁਹਾਡੇ ਕਰਕੇ ਸਾਡਾ ਮਾਣ ਹੈ। ਖਾਸ ਕਰਕੇ ਪਟਿਆਲੇ ਸ਼ਹਿਰ ਦੀਆਂ ਸੰਗਤਾਂ ਤਾਂ ਹੈ ਨਹੀਂ ਨੌਵੇਂ ਪਾਤਸ਼ਾਹ ਦੇ ਆਸ਼ਰਿਤ। ਸਾਰੀ ਦੁਨੀਆ ਨੂੰ ਨੌਵੇਂ ਪਾਤਸ਼ਾਹ ਦਾ ਆਸਰਾ ਹੈ, ਪਰ ਪਟਿਆਲਾ ਤਾਂ ਵਸਿਆ ਹੀ ਨੌਵੇਂ ਪਾਤਸ਼ਾਹ ਦੇ ਹੁਕਮਾਂ ਨਾਲ, ਬਚਨਾਂ ਨਾਲ ਹੈ। ਤਾਂ ਨੌਵੇਂ ਪਾਤਸ਼ਾਹ ਦੀ ਬਖਸ਼ਿਸ਼ ਹੈ। ਪੂਰੇ ਸੰਸਾਰ ਦੇ ਵਿੱਚ ਪੰਜਾਬ ਦੇ ਕਿਸੇ ਹੋਰ ਜ਼ਿਲ੍ਹੇ ਦਾ ਪਤਾ ਨਾ ਹੋਵੇ, ਭਾਵੇਂ ਸੰਸਾਰ ਦੇ ਕਿਸੇ ਹੋਰ ਲੋਕ ਨੂੰ, ਪਰ ਪਟਿਆਲੇ ਦਾ ਸਭ ਨੂੰ ਪਤਾ ਹੈ ਕਿ ਉਹ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਚਨ ਕੀਤੇ ਹਨ। ਸੋ ਕਹਿਣ ਤੋਂ ਭਾਵ ਇਹ ਨੌਵੇਂ ਪਾਤਸ਼ਾਹ ਜੀ ਦੀਆਂ ਬਰਕਤਾਂ ਹਨ। ਉਹਨਾਂ ਕਰਕੇ ਸਾਡਾ ਮਾਣ ਹੈ, ਸਤਿਗੁਰਾਂ ਕਰਕੇ ਸਾਡੀ ਸੋਭਾ ਹੈ। ਮਹਾਰਾਜ ਤੁਸੀਂ ਹੋ ਤਾਂ ਸਾਡਾ ਮਾਣ ਹੈ, ਤੁਹਾਡੇ ਬਿਨਾ ਮਹਾਰਾਜ ਜੀ ਸਾਡਾ ਕਾਹਦਾ ਮਾਣ। ਚੂੜਾ ਪੰਨ ਪਲੰਗ ਸਿਓ ਮੁੰਦੇ ਸਣ ਬਾਹੀ ਸੁਣ ਬਾਹਾ। ਇਹ ਮੁੰਡੇ ਜੀਵ ਰੂਪੀ ਇਸਤਰੀਏ, ਭੰਨ ਦੇ ਚੂੜਾ ਕਾਹਦੇ ਵਾਸਤੇ ਪਾਇਆ? ਚੂੜਾ ਪਾਇਆ ਸੀ ਵੀ ਤੈਨੂੰ ਤੇਰਾ ਪਤੀ ਪਰਮੇਸ਼ਰ ਮਿਲੇ, ਪਰ ਉਹ ਤਾਂ ਮਿਲਿਆ ਨਹੀਂ ਤੈਨੂੰ। ਫਿਰ ਇਹ ਚੂੜੇ ਦਾ ਕੀ ਮਤਲਬ ਰਹਿ ਗਿਆ? ਭੰਨ ਦੇ ਇਸ ਚੂੜੇ ਨੂੰ। ਕਹਿੰਦੀ ਕਿਵੇਂ ਭੰਨਾ? ਜਿਹੜੇ ਮੰਜੇ ਤੇ ਬੈਠੀਆਂ ਨਾ, ਇਸ ਮੰਜੇ ਦੀਆਂ ਜਿਹੜੀਆਂ ਬਾਹੀਆਂ ਨੇ, ਉਹਨਾਂ ਬਾਹੀਆਂ ਤੇ ਆਪਣੀਆਂ ਬਾਹਾਂ ਮਾਰ। ਚੂੜਾ ਵੀ ਭੰਨਿਆ ਜਾਏ ਤੇ ਜਿਹੜੀਆਂ ਇਹ ਬਾਹੀਆਂ ਨੇ, ਬਾਹੀਆਂ ਵੀ ਟੁੱਟ ਜਾਣ ਮੰਜੇ ਦੀਆਂ, ਤੇ ਤੇਰੀਆਂ ਇਹ ਬਾਹਾਂ ਵੀ ਟੁੱਟ ਜਾਣ। ਕਿਆ ਫਾਇਦਾ ਇਹੋ ਜਿਹੀਆਂ ਬਾਹਾਂ ਦਾ ਜਿਹੜੀਆਂ ਪਰਮੇਸ਼ਰ ਦੇ ਕੰਠ ਦਾ ਹਾਰ ਨਹੀਂ ਬਣੀਆਂ। ਇੱਥੇ ਕਿਹੜੀਆਂ ਬਾਹਾਂ ਨੇ ਤੇ ਚੂੜਾ ਕਿਹੜਾ ਹੈ? ਗੁਰੂ ਖਾਲਸਾ ਜੀ, ਇੱਥੇ ਬਾਹਾਂ ਨੇ ਸਾਡਾ ਮਨ। ਆਪਣੇ ਮਨ ਦੇ ਵਿੱਚ ਜਿਹੜੇ ਸਕਾਮ ਕਰਮ ਕਰਦੇ ਆ ਨਾ, ਅਸੀਂ ਕਾਮਨਾ ਰੱਖ ਕੇ ਕੰਮ ਕੀਤਾ। ਕੋਈ ਵੀ ਕੰਮ ਕਰਦੇ ਕਾਮਨਾ ਰੱਖ ਕੇ। ਮਹਾਰਾਜ ਸਾਡਾ ਕੰਮ ਹੋ ਜਾਏ, ਇੰਨੇ ਪਾਠ ਕਰਾਂਗਾ ਮੈਂ ਜਪਜੀ ਸਾਹਿਬ ਦੇ। ਮਹਾਰਾਜ ਸਾਡਾ ਕੰਮ ਹੋ ਜਾਏ, ਮੈਂ ਫਲਾਣੇ ਥਾਂ ਤੇ ਇੰਨੇ ਦਿਨ ਜਾਵਾਂਗਾ। ਮਹਾਰਾਜ ਮੇਰਾ ਇਹ ਕੰਮ ਹੋ ਜਾਏ, ਮੈਂ 5 ਪੰਚਮੀਆਂ ਇਸ਼ਨਾਨ ਕਰਾਂਗਾ। ਤੇ ਜਦੋਂ ਹੋ ਜਾਏ ਤੇ ਫਿਰ ਮੁੜ ਕੇ ਨਹੀਂ ਆਉਣਾ ਹੁੰਦਾ, ਇਸ ਕੰਮ ਕਰਕੇ ਹੀ ਆਉਣਾ। ਵੀ ਇਹ ਕੰਮ ਹੋ ਜਾਏ ਤੇ ਮਹਾਰਾਜ 5 ਪੰਚਮੀਆਂ, ਫਿਰ 6ਵੀਂ ਨਹੀਂ ਨਹਾਉਣੀ।
ਕਹਿਣ ਤੋਂ ਭਾਵ ਕਿ ਅਸੀਂ ਕਾਮਨਾ ਰੱਖ ਕੇ ਹੀ ਕਰਮ ਕਰਦੇ ਹਾਂ। ਠੀਕ ਹੈ, ਕਾਮਨਾ ਕਿਹਦੇ ਕੋਲ ਕਰੀਏ? ਸਾਡਾ ਗੁਰੂ ਬਿਨਾਂ ਕੌਣ ਹੈ? ਰੱਖਣੀ ਹੈ ਕਾਮਨਾ ਦਾ ਗੁਰੂ ਤੇ ਰੱਖੋ, ਪਰ ਕਦੇ ਤਾਂ ਨਿਸ਼ਕਾਮ ਹੋਵੋ, ਕਦੇ ਤਾਂ ਕਾਮਨਾ ਰਹਿਤ ਹੋ ਕੇ ਮਹਾਰਾਜ ਜੀ ਦੀ ਸੇਵਾ ਟਹਿਲ ਕਰੀਏ। ਜਦੋਂ ਹਿਰਦੇ ਵਿੱਚ ਕੋਈ ਵੀ ਕਾਮਨਾ ਨਾ ਹੋਵੇ, ਮਹਾਰਾਜ ਬਸ ਖੁਸ਼ੀਆਂ ਬਖਸ਼ੋ, ਮਹਾਰਾਜ ਬਸ ਖੇੜਾ ਬਖਸ਼ੋ, ਹੋਰ ਕੁਝ ਨਹੀਂ ਚਾਹੀਦਾ, ਖੁਸ਼ੀਆਂ ਬਖਸ਼ੋ, ਕਿਰਪਾ ਕਰੋ। ਜਿਹੜੀਆਂ ਕਾਮਨਾ ਰੱਖ ਕੇ ਅਸੀਂ ਕਰਮ ਕਰਦੇ ਆ ਉਹ ਹੈ ਚੂੜਾ, ਜਿਹੜੀਆਂ ਬਾਹਾਂ ਵਿੱਚ ਪਾਇਆ ਉਹ ਹੈ ਮਨ। ਭੰਨਣਾ ਕਾਹਦੇ ਨਾਲ ਹੈ? ਜਿਹੜੀ ਆ ਸਾਡੇ ਅੰਤਸ਼ਕਰਨ ਦੀ ਸੇਜਾ ਹੈ, ਇਹ ਜਿਹੜਾ ਪਲੰਗਾ ਹੈ ਨਾ ਅੰਤਸ਼ਕਰਨ ਦਾ, ਇਹਦੀਆਂ ਬਾਹੀਆਂ ਦੇ ਉੱਤੇ ਮਾਰ ਕੇ ਆਪਣੀਆਂ ਕਾਮਨਾਵਾਂ ਦਾ ਚੂੜਾ ਭੰਨਦੇ ਬਾਹਾਂ ਸਮੇਤ, ਯਾਨੀ ਕਿ ਮਨ ਨੂੰ ਵੀ ਖਤਮ ਕਰਦੇ ਹੋ ਜਿਹਨੂੰ ਜਿਹਦੇ ਚ ਕਾਮਨਾਵਾਂ ਪੈਦਾ ਹੁੰਦੀਆਂ। ਜੇ ਕਰਮ ਨਿਸ਼ਕਾਮ ਹੋ ਕੇ ਕੀਤੇ ਜਾਣ ਤਾਂ ਮਨ ਸ਼ੁੱਧ ਹੁੰਦਾ, ਅੰਤਸ਼ਕਰਨ ਦੀ ਸ਼ੁੱਧੀ ਹੁੰਦੀ ਹੈ। ਪਰ ਜੇ ਕਰਮ ਕਾਮਨਾ ਰੱਖ ਕੇ ਕੀਤੇ ਜਾਣ ਤਾਂ ਫਿਰ ਉਹ ਮਨ ਮਲਨ ਹੁੰਦਾ, ਮਲੀਨ ਹੁੰਦਾ ਹੈ। ਮਨ ਦੀ ਮੈਲ, ਅੰਤਸ਼ਕਰਨ ਦੀ ਮੈਲ ਕੇਵਲ ਨਿਸ਼ਕਾਮ ਕਰਮ ਕੀਤੇ ਹੀ ਹੋ ਸਕਦੀ ਹੈ। ਇਸ ਕਰਕੇ ਮਹਾਰਾਜ ਜੀ ਇੱਥੇ ਸਾਨੂੰ ਸੰਕੇਤ ਦਿੰਦੇ ਹਨ ਕਿ ਭਾਈ ਆਪਣੀਆਂ ਕਾਮਨਾਵਾਂ ਦਾ ਚੂੜਾ ਭੰਨ ਕੇ, ਆਪਣੇ ਮਨ ਨੂੰ ਵੀ ਇਹੋ ਜਿਹੇ ਨੂੰ ਭੰਨ ਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਵਿਛੋੜੇ ਦੀ ਤੜਫ ਦੇ ਵਿੱਚ ਆ ਕੇ ਆਪਣੇ ਨੇਤਰਾਂ ਚੋਂ ਨੀਰ ਵਹਾ। ਹੇ ਵਾਹਿਗੁਰੂ, ਤੇਰੇ ਤੋਂ ਵਿਛੜਿਆਂ ਬੜੇ ਜਨਮ ਹੋ ਗਏ ਹਨ, ਕਈ ਜਨਮਾਂ ਦੇ ਵਿੱਚ ਭਟਕਦੇ ਫਿਰਦੇ ਰਹੇ ਹਾਂ, ਕਈ ਜਨਮ ਹੋ ਗਏ ਨੇ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਤੋਂ ਵਿਛੜਿਆ ਹੋਇਆ, ਹੁਣ ਕਿਰਪਾ ਕਰ ਦਿਓ। ਹਾਂਜੀ। ਏਤੇ ਵੇਸ ਕਰੇਂਦੀਏ ਮੁੰਧੇ ਸਹਰਾ ਤੋ ਅਵਰਾਹਾ। ਤੇਰੇ ਵੇਸ ਕੀਤੇ ਕੀ ਕਰਦੇ ਨੇ? ਕਹਿੰਦਾ ਬਈ ਮੈਂ ਬੜੇ ਕਰਮ ਕਰਦਾ ਜੀ, ਮੈਂ ਤਾਂ ਬੜੇ ਦਾਨ ਪੁੰਨ ਕਰਦਾ ਹਾਂ। ਕੀ ਕਰਦੇ ਨੇ ਤੇਰੇ ਕੀਤੇ ਹੋਏ ਕਰਮ? ਜੇ ਤੇਰਾ ਪਤੀ ਤੇਰੇ ਵੱਲ ਵੇਖਦਾ ਵੀ ਨਹੀਂ ਤੇ ਹੋਰ ਹੀ ਪਾਸੇ ਰੱਤਿਆ ਹੋਇਆ, ਉਹਦਾ ਤੇਰੇ ਵੱਲ ਤੱਕਦਾ ਵੀ ਨਹੀਂ ਹੈ। ਜਿਹੜੀ ਇਸਤਰੀ ਨੇ ਵੇਸ ਬਣਾਏ ਹੋਣ, ਚੂੜਾ ਪਾਇਆ ਹੋਵੇ, ਸ਼ਿੰਗਾਰ ਕੀਤੇ ਹੋਣ, ਜੇ ਉਸ ਇਸਤਰੀ ਦਾ ਪਤੀ ਉਹਦੇ ਵੱਲ ਵੇਖੇ ਹੀ ਨਾ, ਉਸ ਇਸਤਰੀ ਵੱਲ ਉਹਦਾ ਧਿਆਨ ਹੀ ਨਾ ਹੋਵੇ, ਤੇ ਫਿਰ ਉਸ ਇਸਤਰੀ ਦਾ ਵੇਸ ਕਿਸ ਕੰਮ ਦਾ? ਇਸਤਰੀ ਦੇ ਕੀਤੇ ਹਾਰ ਸ਼ਿੰਗਾਰ ਆਪਣੇ ਪਤੀ ਦੀ ਪ੍ਰਸੰਨਤਾ ਲਈ ਹਨ, ਤੇ ਜੇ ਪਤੀ ਉਹਦੇ ਵੱਲ ਤੱਕੇ ਵੀ ਨਾ ਤੇ ਫਿਰ ਉਹ ਕਿਸ ਕੰਮ ਦੇ? ਕਹਿੰਦੇ ਜੇ ਤੇਰਾ ਰੱਬ ਵੀ ਤੇਰੇ ਤੋਂ ਬੇਗਾਨਾ ਹੋਇਆ ਫਿਰਦਾ, ਉਹ ਤੇਰੇ ਵੱਲ ਵੇਖਦਾ ਤੱਕ ਵੀ ਨਹੀਂ, ਤੇ ਫਿਰ ਇਹ ਤੇਰੇ ਵੇਸ ਕਿਸ ਕੰਮ ਦੇ ਨੇ? ਜੀਵ ਰੂਪੀ ਇਸਤਰੀਏ, ਉਹ ਕਿਉਂ ਨਹੀਂ ਵੇਖਦਾ? ਐਸਾ ਨਹੀਂ ਕਿ ਉਹਦੇ ਮਨ ਵਿੱਚ ਤੇਰੇ ਪ੍ਰਤੀ ਦਵੈਸ਼ ਹੈ, ਉਹ ਇਸ ਕਰਕੇ ਨਹੀਂ ਵੇਖਦਾ ਕਿ ਤੈਨੂੰ ਆਪਣੇ ਕੀਤੇ ਵੇਸ ਤੇ ਭਰੋਸਾ ਹੈ ਕਿ ਮੇਰੇ ਸੁੰਦਰ ਵੇਸ ਕਰਕੇ ਮੇਰੇ ਰੱਬ ਨੇ ਮੇਰੇ ਵੱਲ ਵੇਖਣਾ। ਤੈਨੂੰ ਆਪਣੇ ਕਰਮਾਂ ਤੇ ਭਰੋਸਾ ਵੀ ਮੈਂ ਚੰਗੇ ਕੰਮ ਕਰਦਾ, ਤੈਨੂੰ ਉਹਦੇ ਤੇ ਭਰੋਸਾ ਨਹੀਂ। ਜਿਹੜਾ ਚੰਗੇ ਤੇ ਮੰਦੇ ਕਰਮਾਂ ਵਾਲਿਆਂ ਨੂੰ ਸਭ ਨੂੰ ਪਰਦਾ ਪਾ ਕੇ ਕੱਜਣੇ ਵਾਲਾ ਹੈ ਵਾਹਿਗੁਰੂ। ਜਿਹੜਾ ਚੰਗੀਆਂ ਮੰਦੀਆਂ ਸਾਰਿਆਂ ਨੂੰ ਕੱਜਣ ਵਾਲਾ ਹੈ, ਤੈਨੂੰ ਉਹਦੇ ਤੇ ਭਰੋਸਾ ਨਹੀਂ, ਤੈਨੂੰ ਭਰੋਸਾ ਹੈ ਆਪਣੇ ਕੀਤੇ ਕਰਮਾਂ ਤੇ। ਇਸੇ ਕਰਕੇ ਉਹ ਤੇਰੇ ਵੱਲ ਨਹੀਂ ਵੇਖਦਾ, ਤੇਰੇ ਵੱਲ ਨਹੀਂ ਤੱਕਦਾ, ਉਹਦੀ ਦ੍ਰਿਸ਼ਟੀ ਹੋਰ ਪਾਸੇ ਹੈ। ਨਾ ਮਨੀਆਰ ਨਾ ਚੂੜੀਆ ਨਾ ਸੇਵੰਗੜੀਆ। ਨਾ ਗੁਰੂ ਰੂਪੀ ਮਨਿਆਰ ਕੋਲ ਗਿਆ ਤੇ ਨਾ ਗੁਰੂ ਰੂਪੀ ਮਨਿਆਰ ਕੋਲੋਂ ਸ਼ੁਭ ਗੁਣਾਂ ਦੀਆਂ ਚੂੜੀਆਂ ਪਾਈਆਂ ਤੇ ਨਾ ਸ਼ੁਭ ਗੁਣਾਂ ਦੀਆਂ ਵੰਗਾਂ ਧਾਰਨ ਕੀਤੀਆਂ, ਹੋਰ ਪਾਸੇ ਟੁਰਿਆ ਰਿਹਾ। ਗੁਰੂ ਰੂਪੀ ਮਨਿਆਰ ਕੋਲ ਨਹੀਂ ਆਇਆ। ਗੁਰੂ ਮਨਿਆਰ ਹੈ ਔਰ ਗੁਰੂ ਆਪਣੇ ਸੇਵਕ ਦੇ ਹਿਰਦੇ ਵਿੱਚ ਸ਼ੁਭ ਗੁਣਾਂ ਦੀਆਂ ਵੰਗਾਂ ਪਾਉਂਦਾ, ਸ਼ੁਭ ਗੁਣਾਂ ਦੀਆਂ ਸੋਹਣੀਆਂ ਚੂੜੀਆਂ ਪਾਉਂਦਾ, ਪਰ ਉਹਦੇ ਕੋਲ ਤਾਂ ਆਈ ਨਹੀਂ ਤੂੰ ਜੀਵ ਰੂਪੀ ਇਸਤਰੀਏ। ਗੁਰੂ ਦੇ ਸ਼ਰਨ ਵਿੱਚ ਆਪਣਾ ਆਪ ਆ ਕੇ ਸਮਰਪਣ ਨਹੀਂ ਕੀਤਾ। ਜੋ ਸਹਿ ਕੰਠ ਨਾ ਲੱਗੀਆ ਜਲਨ ਸੇ ਬਾਹੜੀਆ। ਜਿਹੜੀਆਂ ਬਾਹਾਂ ਉਸ ਵਾਹਿਗੁਰੂ ਦੇ ਗਲ ਨਹੀਂ ਲੱਗੀਆਂ, ਉਹਦੇ ਕੰਠ ਦਾ ਹਾਰ ਨਹੀਂ ਬਣੀਆਂ, ਸੜ ਜਾਣ ਇਹੋ ਜੀਆਂ ਬਾਹਾਂ ਕਿਸ ਕੰਮ ਦੀਆਂ। ਜਲਨ ਸੇ ਬਾਹੜੀਆਂ, ਉਹ ਬਾਹਾਂ ਹੀ ਸੜ ਜਾਣ। ਵੀ ਕਾਮਨਾ ਰੱਖ ਕੇ ਕਰਮ ਕੀਤੇ, ਵੇਸ ਕੀਤੇ, ਕਰਮ ਕਾਂਡ ਕਰਦਾ ਰਿਹਾ ਕਿ ਮੈਂ ਆਪਣੇ ਕਰਮਾਂ ਕਰਕੇ ਰੱਬ ਨੂੰ ਪਾਉਣਾ। ਕਰਮਾਂ ਕਰਕੇ ਨਹੀਂ ਰੱਬ ਮਿਲਦਾ, ਰੱਬ ਤਾਂ ਆਪਣੀ ਬਖਸ਼ਿਸ਼ ਨਾਲ ਮਿਲਦਾ ਹੈ। ਹਾਂ, ਸਾਡਾ ਕਰਤੱਵ ਹੈ ਅਸੀਂ ਕਰਮ ਕਰਦੇ ਰਹੀਏ,
ਪਰ ਉਹਦੇ ਫਲ ਦੀ ਕਾਂਖਾ ਨਹੀਂ ਰੱਖਣੀ। ਐਸਾ ਨਹੀਂ ਕਿ ਅਸੀਂ ਕਰਮ ਨਹੀਂ ਕਰਨੇ, ਕਰਮ ਕਰੋ, ਫਲ ਦੀ ਕਾਂਖਾ ਨਾ ਰੱਖੋ। ਪਰ ਜੇ ਤੁਸੀਂ ਕਹੋ ਕਿ ਮੈਂ ਕਰਮ ਕੀਤੇ, ਇੰਨੇ ਪਾਠ ਕਰ ਲਏ ਨੇ ਜਪਜੀ ਸਾਹਿਬ ਦੇ, ਹੁਣ ਰੱਬ ਮਿਲੇ ਹੀ ਮਿਲੇ ਮੈਨੂੰ, ਏਦਾਂ ਨਹੀਂ। ਸਾਡਾ ਕੰਮ ਹੈ ਕਰਮ ਕਰਨਾ। ਜ਼ਿਮੀਂਦਾਰ ਦਾ ਧਰਮ ਹੁੰਦਾ, ਉਹਨੇ ਬੀਜ ਬੀਜਣਾ, ਉਗਣਾ ਨਾ ਉਗਣਾ ਕੁਦਰਤ ਦੇ ਵੱਸ ਹੈ। ਪਰ ਜੇ ਜ਼ਿਮੀਂਦਾਰ ਕਹੇ ਵੀ ਖਬਰੇ ਉੱਗੇ ਕਿ ਨਾ ਉੱਗੇ, ਮੈਂ ਬੀਜਾਂ ਹੀ ਨਾ, ਫਿਰ ਨਹੀਂ ਗੱਲ ਬਣਦੀ। ਰੱਬ ਤੇ ਭਰੋਸਾ ਰੱਖ ਕੇ ਉਹਦਾ ਧਰਮ ਹੁੰਦਾ, ਉਹਨੂੰ ਬੀਜ ਦੇਣਾ। ਫਿਰ ਮੇਰੇ ਇਸੇ ਪ੍ਰਕਾਰ ਸਿੱਖ ਦਾ ਕੰਮ ਹੈ ਕਰਮ ਕਰਨਾ, ਫਲ ਦੀ ਕਾਂਖਾ ਨਹੀਂ ਰੱਖਣੀ। ਇਹ ਵਾਹਿਗੁਰੂ ਪਰਮੇਸ਼ਰ ਦੇ ਵੱਸ ਹੈ, ਉਹਨੇ ਤਰਸ ਕਰਨਾ, ਦਇਆ ਕਰਨੀ ਹੈ। ਤੇ ਜੇ ਮਨ ਵਿੱਚ ਕਾਮਨਾ ਹੀ ਹੈ ਤਾਂ ਫਿਰ ਮਹਾਰਾਜ ਜੀ ਕਹਿੰਦੇ ਇਹੋ ਜੀਆਂ ਬਾਹਾਂ ਭੰਨ ਦਿਓ, ਜਿਹੜੀਆਂ ਬਾਹਾਂ ਉਸ ਵਾਹਿਗੁਰੂ ਪਰਮੇਸ਼ਰ ਦੇ ਕੰਠ ਨਹੀਂ ਲੱਗੀਆਂ। ਸਭ ਸਹੀਆ ਸਹੁ ਰਾਵਣ ਗਈਆ, ਹਾਂ ਦਾਦੀ ਕੈ ਦਰ ਜਾਵਾਂ। ਮੇਰੇ ਨਾਲ ਬਹੁਤ ਸਾਰੀਆਂ ਸਹੀਆਂ ਸਖੀਆਂ ਸਭ ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਭੇਦ ਹੋ ਕੇ ਉਹਨੂੰ ਰਾਵਣ ਚਲੀਆਂ ਗਈਆਂ, ਉਹਦੇ ਚ ਇਕਮਿਕ ਹੋਣ ਚਲੀਆਂ ਗਈਆਂ। ਮੈਂ ਕਾਮ ਆਦਿਕ ਵਿਕਾਰਾਂ ਵਿੱਚ ਸੜੀ ਹੋਈ ਕਿੱਥੇ ਜਾਵਾਂ? ਮੈਂ ਸੜੀ ਹੋਈ ਹਾਂ, ਕਾਮ ਨੇ ਮੈਨੂੰ ਸਾੜਿਆ, ਕ੍ਰੋਧ ਨੇ ਮੈਨੂੰ ਜਲਾਇਆ ਹੋਇਆ, ਮੈਂ ਸੜੀ ਹੋਈ ਕਿਸ ਦਰ ਤੇ ਜਾਵਾਂ? ਮੇਰੇ ਨਾਲ ਦੀਆਂ ਤਾਂ ਸਾਰੀਆਂ ਉਸ ਵਾਹਿਗੁਰੂ ਵਿੱਚ ਚਲੀਆਂ ਗਈਆਂ, ਭੇਦ ਹੋ ਗਈ। ਹਾਂਜੀ, ਅੰਮਾਲੀ ਹਉ ਖਰੀ ਸੁਚੱਜੀ, ਤੈ ਸਹੇਕ ਨਾ ਪਾਵਾ। ਗੱਲਾਂ ਕਰਕੇ ਤਾਂ ਮੈਂ ਆਪਣੇ ਆਪ ਨੂੰ ਕਹਿੰਦੀ ਆ ਵੀ ਮੈਂ ਚੰਗੇ ਅਮਲ ਕਰਦੀਆਂ ਬੜੀ ਖਰੀ ਹਾਂ, ਸੁਚੱਜੀ ਹਾਂ। ਕਦੇ ਕਿਸੇ ਨੇ ਆਪਣੇ ਆਪ ਨੂੰ ਆਖਿਆ ਵੀ ਮੈਂ ਬੜਾ ਮਾੜਾ, ਮੈਂ ਬੜੇ ਮਾੜੇ ਕੰਮ ਕੀਤੇ ਆ ਜਾਂ ਕਰਨਾ? ਅਸੀਂ ਇਹੀ ਕਹਿੰਦੇ ਆ ਜੀ, ਅਸੀਂ ਨਹੀਂ ਕਦੇ ਕਿਸੇ ਦਾ ਬੁਰਾ ਕੀਤਾ, ਅਸੀਂ ਤਾਂ ਬੜੇ ਚੰਗੇ ਕੰਮ ਕੀਤੇ ਨੇ। ਇਹ ਤਾਂ ਪਰਮੇਸ਼ਰ ਜਾਣਦਾ ਤੇ ਜਾਂ ਸਾਡਾ ਅੰਦਰਲਾ ਜਾਣਦਾ ਵੀ ਅਸੀਂ ਬੁਰਾ ਕੀਤਾ ਕਿ ਨਹੀਂ ਕੀਤਾ, ਬੁਰਾ ਸੋਚਿਆ ਕਿ ਨਹੀਂ ਸੋਚਿਆ। ਨਹੀਂ ਪਤਾ, ਨਾਲਦਿਆਂ ਨੂੰ ਨਾ ਪਤਾ ਹੋਵੇ, ਸਾਡੇ ਮਨ ਨੂੰ ਪਤਾ ਜਾਂ ਪਰਮੇਸ਼ਰ ਨੂੰ ਪਤਾ। ਕਹਿਣ ਕਹਾਣ ਕਰਕੇ ਤੇ ਅਮਲਾਂ ਕਰਕੇ ਤਾਂ ਅਸੀਂ ਬਾਹਰੋਂ ਬੜੇ ਚੰਗੇ ਤੇ ਸੁਚੱਜੇ ਬਣ ਬੈਠੇ ਆ, ਪਰ ਹੇ ਵਾਹਿਗੁਰੂ ਮੇਰੇ ਇਹੋ ਜਿਹੇ ਜਿਹੜੇ ਸੁਚੱਜ ਨੇ, ਚੱਜ ਨੇ, ਉਹਨਾਂ ਵਿੱਚੋਂ ਤੈਨੂੰ ਇੱਕ ਵੀ ਚੰਗਾ ਨਹੀਂ ਲੱਗਦਾ, ਕਿਉਂਕਿ ਤਾਂ ਵਿਖਾਵੇ ਕਰਕੇ ਕੀਤੇ ਨੇ। ਦੁਨੀਆ ਵੇਖੇ ਮੈਂ ਤਾਂ ਕਰਦਾ ਹਾਂ, ਲੋਕ ਵੇਖਣ, ਸਮਾਜ ਵੇਖੇ, ਤੇ ਜਿਹੜੇ ਲੋਕਾਂ ਨੂੰ ਵਿਖਾਉਣ ਲਈ ਕੀਤੇ ਜਾਂਦੇ ਨੇ ਵਾਹਿਗੁਰੂ, ਤੈਨੂੰ ਚੰਗੇ ਹੀ ਨਹੀਂ ਲੱਗਦੇ। ਉਹ ਤੈਨੂੰ ਥੋੜੀ ਚੰਗੇ ਲੱਗਣੇ ਆ, ਕਿਉਂਕਿ ਬਾਹਰੋਂ ਚੱਜ ਚੰਗਾ ਕੀਤਾ ਪਰ ਅੰਦਰਲਾ ਚੱਜ ਤਾਂ ਮਾੜਾ ਹੈ ਨਾ। ਹਿਰਦਾ ਜਦੋਂ ਕੋਈ ਚੱਜ ਦੇ ਨਾਲ ਭਰਿਆ ਹੋਇਆ ਤੇ ਬਾਹਰੋਂ ਸੁਚੱਜਪੁਣਾ ਕੀ ਕਰਦਾ? ਗੁਰਦੇਵ ਨੇ ਦੋ ਬਾਣੀਆਂ ਉਚਾਰੀਆਂ ਨੇ, ਕੁਚੱਜੀ ਵੀ ਤੇ ਸੁਚੱਜੀ ਵੀ। ਕੁਚੱਜੀ ਦੇ ਚੱਜ ਕਿਹੋ ਜਿਹੇ ਹੁੰਦੇ ਆ ਤੇ ਸੁਚੱਜੀ ਦੇ ਚੱਜ ਕਿਹੋ ਜਿਹੇ ਹੁੰਦੇ ਆ, ਉਹ ਮਹਾਰਾਜ ਜੀ ਨੇ ਦੱਸੇ ਨੇ ਰਾਗ ਸੂਹੀ ਵਿੱਚ। ਖੈਰ ਮਹਾਰਾਜ, ਮੈਂ ਜਿਹੜੇ ਬਾਹਰਲੇ ਇਹ ਵੇਸ ਕੀਤੇ ਨੇ, ਬਾਹਰੋਂ ਚੰਗੇ ਚੱਜ ਉਚਾਰ ਕਰਕੇ ਲੋਕਾਂ ਨੂੰ ਵਿਖਾਏ ਨੇ, ਹੇ ਵਾਹਿਗੁਰੂ ਤੈਨੂੰ ਉਹਨਾਂ ਵਿੱਚੋਂ ਇੱਕ ਵੀ ਨਹੀਂ ਪਾਉਂਦਾ। ਮਾਠ ਗੁੰਦਾਈ ਪੱਟੀਆਂ, ਭਰੀਐ ਮੰਗ ਸੰਧੂਰੇ। ਮੈਂ ਮੀਂਡੀਆਂ ਗੁੰਨੀਆਂ, ਪੱਟੀਆਂ ਬਣਾਈਆਂ, ਸੰਧੂਰ ਨਾਲ ਮਾਂਗ ਭਰੀ। ਇਹ ਬਾਹਰਲੇ ਬਹੁਤ ਸਾਰੇ ਵੇਸ ਕਰਮ ਕਾਂਡਾਂ ਦੇ ਕੀਤੇ। ਅੱਗੇ ਗਈ ਨਾ ਮੰਨਿਆ, ਮਰੋ ਵਿਸੂਰ ਵਿਸੂਰੇ। ਪਰ ਅੱਗੇ ਆਪਣੇ ਰੱਬ ਦੇ ਦਰ ਤੇ ਗਈ, ਮੈਂ ਕਬੂਲ ਨਾ ਪੈ ਸਕੀ। ਉਹਦੇ ਦਰ ਤੇ ਮੰਨੀ ਨਹੀਂ ਗਈ, ਇਸ ਕਰਕੇ ਉਹਦੇ ਵਿਛੋੜੇ ਦੇ ਵਿੱਚ ਝੁਰ ਝੁਰ ਕੇ ਮਰਦੀ ਹਾਂ, ਜੰਮਦੀ ਹਾਂ। ਮੈਂ ਰੋਵੰਦੀ ਸਭ ਜਗ ਰੁੰਨਾ। ਮੈਂ ਰੋਂਦੀ ਹਾਂ, ਉਹਦੇ ਵਿਛੋੜੇ ਦੀ ਤੜਫ ਦੇ ਵਿੱਚ ਰੋਂਦੀ ਹਾਂ। ਮੈਂ ਰੋਂਦੀ ਕੁਰਲਾਂਦੀ ਨੂੰ ਵੇਖ ਕੇ, ਮੈਨੂੰ ਸਾਰਾ ਜਗ ਵੇਖ ਕੇ ਰੋਂਦਾ ਹੈ। ਜਿਸ ਦੀ ਆਪਣੀ ਸੁਰਤ ਦੇ ਵਿੱਚ ਜੋ ਹੁੰਦਾ ਉਹਨੂੰ ਸਭ ਪਾਸੇ ਉਹੀ ਦਿਸਦਾ ਹੈ। ਸੁਖੀਏ ਕੋ ਪੇਖਾ ਸਭ ਸੁਖੀਆ, ਰੋਗੀ ਕੇ ਭਾਣਾ ਸਭ ਰੋਗੀ। ਜਿਹੜਾ ਆਪ ਰੋ ਕੁਰਲਾ ਰਿਹਾ ਹੋਵੇ ਨਾ, ਉਹਨੂੰ ਦੁਨੀਆ ਹੱਸਦੀ ਹੋਈ ਵੀ ਰੋਂਦੀ ਪ੍ਰਤੀਤ ਹੁੰਦੀ ਹੈ।
ਮਹਾਰਾਜ ਮੈਂ ਰੋਂਦੀ ਹਾਂ, ਮੈਨੂੰ ਰੋਂਦੀ ਨੂੰ ਵੇਖ ਕੇ ਸਾਰਾ ਜੱਗ ਰੋਂਦਾ ਹੈ। ਹਾਂਜੀ, ਅਰੁਣੜੇ ਵਣ ਹੋ ਪੰਖੇਰੂ। ਬਨਸਪਤੀ ਵੀ ਰੋ ਪਈ ਮੇਰੀ ਦਸ਼ਾ ਵੇਖ ਕੇ, ਪੱਤਿਆਂ ਨੂੰ ਵੀ ਰੋਣਾ ਆ ਗਿਆ, ਦਰਖਤਾਂ ਨੂੰ ਵੀ ਰੋਣਾ ਆ ਗਿਆ। ਉਹਨਾਂ ਦਰਖਤਾਂ ਤੇ ਬੈਠੇ ਪੰਛੀ ਵੀ ਰੋਣ ਲੱਗ ਪਏ ਮੈਨੂੰ ਤੜਫਦੀ ਨੂੰ ਵੇਖ ਕੇ, ਉਹ ਵੀ ਰੋ ਪਏ, ਉਹ ਵੀ ਰੁਦਨ ਕਰਨ ਲੱਗ ਪਏ। ਰਾਜੇ ਸ਼ਿਵਨਾਭ ਨੂੰ ਜਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਦਰਸ਼ਨ ਦਿੱਤੇ ਨਾ ਸਿੰਗਲਾ ਦੀਪ ਜਾ ਕੇ, ਇਹਨੇ ਪਰਖ ਕੀਤੀ ਸੀ ਪਹਿਲੋਂ ਸਤਿਗੁਰਾਂ ਦੀ। ਮਹਾਰਾਜ ਕਹਿੰਦੇ ਤੂੰ ਪਰਖਿਆ, ਹੁਣ ਅਸੀਂ ਵੀ ਪਰਖੀਏ ਕਿੰਨੀ ਕੁ ਭਾਵਨਾ ਤੇਰੇ 'ਚ। ਨਾਲੇ ਸਿੱਖ ਦਾ ਨਹੀਂ ਕਰਮ ਹੁੰਦਾ ਗੁਰੂ ਨੂੰ ਪਰਖੇ, ਗੁਰੂ ਸਿੱਖ ਦੀ ਪਰਖ ਕਰ ਸਕਦਾ। ਸਿੱਖ ਦਾ ਨਹੀਂ ਧਰਮ ਗੁਰੂ ਨੂੰ ਪਰਖੇ। ਪਾਤਸ਼ਾਹ ਨੇ ਦਰਸ਼ਨ ਦਿੱਤੇ, ਸ਼ਿਵਨਾਭ ਦਰਸ਼ਨ ਕਰ ਰਿਹਾ ਸੀ, ਹਾਲੇ ਵੇਖਦਿਆਂ ਵੇਖਦਿਆਂ ਗੁਰਦੇਵ ਅਲੋਪ ਹੋ ਗਏ। ਰਾਜਾ ਸ਼ਿਵਨਾਭ ਇੱਕਦਮ ਦੰਗ ਹੋਇਆ ਗਿਆ ਵੀ ਗਏ ਕਿੱਥੇ। ਰੋਣ ਲੱਗ ਪਿਆ, ਕੁਰਲਾਉਣ ਲੱਗ ਪਿਆ, ਆਵਾਜ਼ਾਂ ਮਾਰਦਾ, ਹੇ ਗੁਰਦੇਵ ਕਿੱਥੇ ਹੋ। ਭੱਜਿਆ ਜਾਂਦਾ ਉਸ ਬਾਗ ਦੇ ਵਿੱਚ, ਬਗੀਚੇ 'ਚ, ਜੰਗਲ ਦੇ ਵਿੱਚ ਫਿਰਦਾ, ਕਦੇ ਸੱਜੇ ਕਦੇ ਖੱਬੇ, ਇੱਧਰ ਉੱਧਰ ਜਾ ਕੇ ਤੱਕਦਾ, ਵੇਖਦਾ ਗਏ ਕਿੱਥੇ। ਦਰਖਤਾਂ ਨੂੰ ਹਿਲਾ ਹਿਲਾ ਕੇ ਪੁੱਛਦਾ ਹੈ, ਦਰਖਤੋ ਤੁਸੀਂ ਦੱਸੋ ਮੇਰਾ ਸਹੁ ਕਿੱਥੇ ਗਿਆ, ਮੇਰੇ ਸਾਹਿਬ ਕਿੱਥੇ ਗਏ ਨੇ। ਪੰਛੀਆਂ ਨੂੰ ਆਵਾਜ਼ਾਂ ਮਾਰ ਮਾਰ ਪੁੱਛਦਾ, ਪੰਛੀਓ ਤੁਸੀਂ ਵੇਖਿਆ ਹੋਵੇ ਤਾਂ ਦੱਸੋ ਗਏ ਕਿੱਥੇ ਨੇ ਜਗਤ ਗੁਰੂ ਬਾਬਾ ਜੀ। ਚਲਦੀ ਹਵਾ ਨੂੰ ਰੋਕ ਰੋਕ ਪੁੱਛਦਾ ਹੈ, ਚਲਦੀਏ ਹਵਾਏ ਤੂੰ ਮੇਰੇ ਸਾਹਿਬ ਦੇ ਸਰੀਰ ਨੂੰ ਕਿਤੋਂ ਸਪਰਸ਼ ਕਰਕੇ ਆਈ ਹੋਣੀ ਹੈ, ਦੱਸੋ ਕਿੱਥੇ ਨੇ। ਬਿਰਹਾ ਦੀ ਵੇਦਨ ਵਿੱਚ ਤੜਫਦਾ ਤੜਫਦਾ, ਰੋਂਦਾ ਕੁਰਲਾਉਂਦਾ, ਇੱਕ ਪੈਰ ਦਾ ਸਮਾਂ ਬੀਤ ਗਿਆ। 3 ਘੰਟੇ ਭੱਜਦਾ ਹੀ ਰਿਹਾ, ਕਦੇ ਸੱਜੇ ਕਦੇ ਖੱਬੇ, ਪਸੀਨੋ ਪਸੀਨਾ ਹੋਇਆ। ਇਹ ਸੀ ਉਹ ਵਿਛੋੜੇ ਦੀ ਤੜਫ ਜਿਹੜੀ ਇੱਥੇ ਗੁਰੂ ਬਾਬਾ ਜੀ ਦੱਸ ਰਹੇ ਨੇ। ਮੈਰੋ ਬੰਦੀ ਸਭ ਜਗ ਰੁੰਨਾ, ਰੁੰਨੜੇ ਬਣੋ ਪੰਖੇਰੂ। ਜਦੋਂ ਡਿੱਗ ਪਿਆ ਨਾ ਰਾਜ ਸ਼ਿਵਨਾਭ, ਬੇਹੋਸ਼ ਹੋ ਗਿਆ, ਬੇਸੁੱਧ ਹੋ ਗਿਆ। ਜਦੋਂ ਡਿੱਗ ਪਿਆ, ਬੇਹੋਸ਼ ਹੋ ਕੇ ਡਿੱਗ ਪਿਆ, ਮੇਰੇ ਪਾਤਸ਼ਾਹ ਉਸੇ ਵੇਲੇ ਪ੍ਰਗਟ ਹੋ ਗਏ। ਆਪਣਾ ਚਰਨ ਰਾਜੇ ਸ਼ਿਵਨਾਭ ਦੇ ਮੱਥੇ ਨੂੰ ਛੁਆਇਆ, ਇੱਕ ਇਹੋ ਜਿਹੀ ਝੁੰਝਲਾਹਟ ਸਰੀਰ 'ਚ ਛਿੜੀ, ਅੱਖਾਂ ਖੁੱਲੀਆਂ ਤੇ ਆਖਿਆ, ਸਾਹਿਬ ਕਿੱਥੇ ਚਲੇ ਗਏ ਸੋ। ਇਹ ਵਿਛੋੜੇ ਦੀ ਤੜਫ ਹੈ, ਜਨਮ ਸਾਖੀ 'ਚ ਜ਼ਿਕਰ ਹੋਗਾ। ਮਹਾਰਾਜ ਜੀ ਕਹਿੰਦੇ, ਮਹਾਰਾਜ ਮੈਂ ਰੋਂਦੀ ਹਾਂ, ਮੈਨੂੰ ਵੇਖ ਕੇ ਜੱਗ ਰੋਂਦਾ ਹੈ। ਦਰਖਤ ਰੋਂਦੇ ਨੇ ਵੇਖ ਕੇ, ਪੰਛੀ ਵੀ ਰੋਂਦੇ ਹਨ ਵੇਖ ਕੇ। ਇੱਕ ਨਾ ਰੁੰਨਾ ਮੇਰੇ ਤਨ ਕਾ ਬਿਰਹਾ, ਜਿਨ ਹੋ ਪਿਰ ਹੋ ਵਿਛੋੜੀ। ਇੱਕ ਨਹੀਂ ਰੋਇਆ ਮੇਰੇ ਸਰੀਰ ਦਾ ਜਿਹੜਾ ਇਹ ਵਿਛੋੜਾ, ਜਿਹਨੇ ਤੇਰੇ ਤੋਂ ਮੈਨੂੰ ਵਿਛੋੜਿਆ ਸੀ, ਇਹਨੂੰ ਨਹੀਂ ਮੇਰੇ ਤੇ ਤਰਸ ਆਇਆ। ਇਹ ਨਹੀਂ ਰੋਇਆ, ਇਹਨੇ ਤਰਸ ਨਹੀਂ ਕੀਤਾ ਮੇਰੇ ਤਨ ਦੇ ਅੰਦਰ ਜਿਹੜਾ ਵਿਛੋੜਾ ਸੀ ਨਾ ਤੇਰੇ ਤੋਂ, ਇਹਨੂੰ ਨਹੀਂ ਮੇਰੇ ਤੇ ਤਰਸ ਆਇਆ ਵਾਹਿਗੁਰੂ, ਜਿਹਨੇ ਮੈਨੂੰ ਤੇਰੇ ਤੋਂ ਵਿਛੋੜਿਆ ਹੋਇਆ। ਮੇਰੇ ਤਨ ਦਾ ਵਿਛੋੜਾ, ਇਸ ਤਨ ਕਰਕੇ ਮੈਂ ਤੇਰੇ ਤੋਂ ਵਿਛੜਿਆ, ਕਿਉਂਕਿ ਮੇਰੀ ਸੁਰਤ ਮੇਰੇ ਇਸ ਤਨ ਨਾਲ ਹੀ ਜੁੜੀ ਹੋਈ ਹੈ, ਮੇਰੇ ਇਸ ਸਰੀਰ ਨਾਲ ਹੀ ਮੇਰੀ ਸੁਰਤ ਜੁੜੀ ਹੋਈ ਹੈ। ਇਹਨੂੰ ਨਹੀਂ ਮੇਰੇ ਤੇ ਤਰਸ ਆਇਆ, ਇਹਨੇ ਨਹੀਂ ਮੇਰੇ ਤੇ ਕੋਈ ਦਇਆ ਕਰਕੇ ਰੋਣਾ ਕੀਤਾ, ਜਿਹਨੇ ਮੈਨੂੰ ਤੇਰੇ ਤੋਂ ਵਿਛੋੜਿਆ ਹੋਇਆ। ਸੁਪਨ ਆਇਆ ਪੀ ਗਿਆ, ਮੈਂ ਜਲ ਭਰਿਆ ਰੋਏ। ਸੁਪਨ ਵਿੱਚ ਆਇਆ, ਸੁਪਨੇ ਵਿੱਚ ਆਇਆ ਤੇ ਮੈਨੂੰ ਮੇਰੇ ਸਾਹਿਬ ਦੇ ਦਰਸ਼ਨ ਹੋਏ। ਪਰ ਸੁਪਨੇ ਵਿੱਚ ਸੀ, ਸੁਪਨਾ ਕਿੰਨਾ ਕੁ ਚਿਰ ਰਹਿੰਦਾ, ਚਲਾ ਗਿਆ। ਜਦੋਂ ਚਲਾ ਗਿਆ ਤੇ ਮੈਂ ਬੁੱਕ ਭਰ ਭਰ ਕੇ, ਮੈਂ ਜਲ ਦਾ ਮਤਲਬ ਹੁੰਦਾ ਵੀ ਬੁੱਕ ਭਰ ਭਰ ਕੇ ਰੋਇਆ ਵੀ ਕਿੱਥੇ ਚਲਾ ਗਿਆ। हे ਸਾਹਿਬ ਜੀ ਤੁਸੀਂ ਕਿੱਥੇ ਚਲੇ ਗਏ। ਨੇਤਰਾਂ ਚੋਂ ਜਲ ਭਰ ਭਰ ਕੇ ਰੋਣ ਲੱਗੇ। ਅਕਲ ਮਹਾਰਾਜ ਕਲਗੀਧਰ ਪਾਤਸ਼ਾਹ ਦਾ ਜੋਤੀ ਜੋਤ ਦਿਵਸ ਹੈ। ਜਦੋਂ ਗੁਰਦੇਵ ਨੇ ਖੇਡ ਵਰਤਾਈ ਨਾ, ਤੰਬੂ 'ਚ ਚਲੇ ਗਏ, ਸਿੱਖ ਬੇਬਲ ਹੋ ਗਏ, ਨੇਤਰ ਭਰ ਗਏ, ਸਜਲ ਹੋ ਗਏ। ਕਿੱਥੇ ਗਏ ਉਹ ਕਲਗੀਆਂ ਵਾਲੇ ਪਾਤਸ਼ਾਹ, ਕਿੱਥੇ ਚਲੇ ਗਏ।
ਨੇਤਰ ਭਰੇ ਹੋਏ ਬੜੇ ਬਰਾਗ 'ਚ ਬੈਠੇ ਨੇ। ਮਹਾਰਾਜ ਕਿੱਥੇ ਚਲੇ ਗਏ? ਕਿਵੇਂ ਰਹਾਂਗੇ ਤੁਹਾਡੇ ਬਿਨਾਂ? ਅਸੀਂ ਤਾਂ ਆਪਣਾ ਘਰ-ਬਾਰ ਸਭ ਕੁਝ ਛੱਡ ਕੇ ਤੁਹਾਡੇ ਨਾਲ ਇੱਥੇ ਆ ਗਏ। ਜਥੇਦਾਰ ਸੰਤੋਖ ਸਿੰਘ ਜੀ ਤਖਤ ਸੱਚਖੰਡ ਹਜ਼ੂਰ ਸਾਹਿਬ ਦੇ ਪਹਿਲੇ ਜਥੇਦਾਰ ਸਨ। ਬੇਨਤੀਆਂ ਕਰਨ, ਮਹਾਰਾਜ ਕਿੱਥੇ ਹੋ? ਇੱਕ ਸਾਧੂ ਜੰਗਲ ਦੇ ਵਿੱਚ ਫਿਰਦਾ ਕਲਗੀਧਰ ਦੇ ਘੋੜੇ ਤੇ ਚੜਿਆਂ ਦੇ ਦਰਸ਼ਨ ਦਿਦਾਰੇ ਹੋਏ। ਦਰਸ਼ਨ ਦਿਦਾਰੇ ਕਰਕੇ, ਮਹਾਰਾਜ ਅੱਜ ਇਕੱਲੇ ਹੀ ਹੋ? ਸਿੰਘ ਨਹੀਂ ਨਾਲ? ਮਹਾਰਾਜ ਕਹਿੰਦੇ ਸਿੰਘ ਉੱਥੇ ਬੈਠੇ ਆ ਤਖਤ ਸਾਹਿਬ, ਜਾ ਕੇ ਉਹਨਾਂ ਨੂੰ ਕਹੋ ਅਸੀਂ ਇੱਥੇ ਹੀ ਆ, ਗਏ ਨਹੀਂ ਕਿਤੇ। ਪਰ ਹੁਣ ਤਾਂ ਜਿਹੜੀ ਭਾਵਨਾ ਵਾਲੀ ਦ੍ਰਿਸ਼ਟੀ ਹੋਏਗੀ ਉਹੀ ਵੇਖੇਗੀ ਵੀ ਅਸੀਂ ਹਾਂ। ਬੇਪ੍ਰਤੀਤਿਆਂ ਨੂੰ ਨਹੀਂ ਹੋਣੇ ਦਰਸ਼ਨ ਸਾਡੇ। ਉਹ ਸੰਤ ਜੀ ਆਏ, ਆ ਕੇ ਸੰਗਤ ਸਿੰਘਾਂ ਨੂੰ ਆਖਿਆ, ਸਿੰਘੋ ਤੁਸੀਂ ਕਿਹੜੇ ਵਿਰਾਗ 'ਚ ਬੈਠੇ ਹੋ? ਕਲਗੀਧਰ ਤਾਂ ਮੈਨੂੰ ਹੁਣੇ ਜੰਗਲ 'ਚ ਮਿਲੇ, ਘੋੜੇ ਤੇ ਸਵਾਰ ਸਨ। ਵਿਛੋੜੇ ਦੀ ਜਿਹੜੀ ਤੜਫ ਹੁੰਦੀ ਹੈ ਨਾ, ਉਹ ਇਹੋ ਜਿਹੀ ਹੁੰਦੀ ਹੈ ਕਿ ਸੁਪਨੇ ਵਿੱਚ ਆਇਆ ਪਰ ਚਲਾ ਗਿਆ। ਔਰ ਉਸ ਵਿਛੋੜੇ ਦੀ ਤੜਫ ਦੇ ਵਿੱਚ ਮੈਂ ਹੁਣ ਨੇਤਰ ਭਰ ਭਰ ਕੇ ਰੋਇਆ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਮੇਰੀ ਹਾਲਤ ਉਸ ਮੱਛੀ ਵਾਂਗੂ ਹੋ ਗਈ ਹੈ ਜਿਹੜੀ ਪਾਣੀ ਤੋਂ ਜੁਦਾ ਹੋ ਕੇ ਤੜਫ ਰਹੀ ਹੈ, ਤੜਫ ਰਹੀ। ਜਿਵੇਂ ਮੱਛੀ ਤੜਫਦੀ ਹੈ ਪਾਣੀ ਬਿਨਾਂ। ਹੇ ਗੁਰੂ ਹਰਗੋਬਿੰਦ ਸਾਹਿਬ, ਮੈਂ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਹੁਣ ਇਸ ਤਰ੍ਹਾਂ ਤੜਫ ਰਿਹਾ। ਭਾਈ ਜਲ ਮੀਨ ਗਤ ਬਿਰਹਾ ਜਗਾਏ ਹੈ। ਮੱਛੀ ਵਾਲੀ ਹਾਲਤ ਹੋ ਗਈ ਹੈ ਜਿਹੜੀ ਤੜਫਦੀ ਹੈ ਪਾਣੀ ਤੋਂ ਬਿਨਾਂ। ਹਾਂਜੀ, ਆਏ ਨਾ ਸਕਾਂ ਤੁਝ ਕਨ ਪਿਆਰੇ, ਭੇਜ ਨਾ ਸਕਾਂ ਕੋਏ। ਨਹੀਂ ਪਤਾ ਮੈਨੂੰ ਉਹ ਟਿਕਾਣਾ ਸੁਪਨੇ ਵਿੱਚ ਜਿੱਥੇ ਤੁਸੀਂ ਮਿਲੇ ਸੋ, ਕਿਹੜੀ ਉਹ ਥਾਂ ਸੀ, ਕਿਹੜੀ ਉਹ ਜਗ੍ਹਾ ਸੀ। ਉਹ ਤਾਂ ਜਗ੍ਹਾ ਹੀ ਬੜੀ ਅਲੌਕਿਕ, ਉੱਥੇ ਤਾਂ ਚਮਕ ਹੀ ਚਮਕ ਸੀ, ਪ੍ਰਕਾਸ਼ ਹੀ ਪ੍ਰਕਾਸ਼ ਸੀ। ਮੈਨੂੰ ਪਤਾ ਹੀ ਨਹੀਂ ਲੱਗਾ ਵੀ ਉਹ ਥਾਂ ਕਿਹੜਾ ਸੀ, ਉਹ ਜਗ੍ਹਾ ਕਿਹੜੀ ਸੀ। ਮਹਾਰਾਜ ਜੇ ਪਤਾ ਹੁੰਦਾ ਤੇ ਮੈਂ ਚੱਲ ਕੇ ਸਿਰ ਭਰਨੇ ਉੱਥੇ ਪਹੁੰਚ ਜਾਂਦਾ। ਪਤਾ ਹੁੰਦਾ ਉਸ ਥਾਂ ਦਾ ਤੇ ਮੈਂ ਕਿਸੇ ਨੂੰ ਭੇਜ ਦਿੰਦਾ। ਨਾ ਆਪ ਆ ਸਕਦਾ, ਨਾ ਕਿਸੇ ਨੂੰ ਭੇਜ ਸਕਦਾ। ਹਾਂਜੀ, ਆਓ ਸੁਭਾਗੀ ਨੀਂਦੜੀਏ, ਮਤ ਸਹੁ ਦੇਖਾਂ ਸੋਏ। ਇਹ ਭਾਗਾਂ ਭਰੀਏ ਨੀਂਦੇ, ਹੁਣ ਤੂੰ ਹੀ ਆ ਜਾ ਤੇ ਮੈਂ ਆਪਣੇ ਵਾਹਿਗੁਰੂ ਨੂੰ ਆਖਾਂ, ਮੇਰੇ ਵਾਹਿਗੁਰੂ ਜੀ ਨੀਂਦ ਆਵੇ ਤੇ ਸੁਪਨਾ ਆਵੇ ਤੇ ਸੁਪਨੇ ਵਿੱਚ ਤੁਸੀਂ ਫੇਰ ਆਓ। ਤੇ ਮਤਾ ਉਸ ਸੁਪਨੇ ਵਿੱਚ ਮੈਨੂੰ ਮੇਰਾ ਸਹੁ ਫਿਰ ਦਿਸ ਪਵੇ। ਹੇ ਭਾਗਾਂ ਵਾਲੀਏ ਨੀਂਦੇ, ਅਸਲ ਵਿੱਚ ਉਹੀ ਨੀਂਦ ਭਾਗਾਂ ਵਾਲੀ ਹੈ ਨਾ, ਜਿਹੜੀ ਉਹਨੂੰ ਯਾਦ ਕਰਦਿਆਂ ਕਰਦਿਆਂ ਨੇਤਰਾਂ 'ਚ ਨੀਂਦ ਆਵੇ। ਬੜੇ ਗੁਰਸਿੱਖ ਨੇ ਜਿਹੜੇ ਸੌਣ ਵੇਲੇ ਸਿਮਰਨ ਕਰਦਿਆਂ ਕਰਦਿਆਂ ਸੋਹਲੇ ਦੀ ਬਾਣੀ ਦਾ ਪਾਠ ਕਰਕੇ ਲੇਟਦੇ ਨੇ, ਔਰ ਉਹਦੀ ਯਾਦ ਵਿੱਚ ਹੀ ਸਿਮਰਨ ਕਰਦਿਆਂ ਕਰਦਿਆਂ ਨੀਂਦ ਵਸ ਹੋ ਜਾਂਦੇ ਆ। ਉਹ ਜਿਹੜੀ ਨੀਂਦ ਵਸ ਹੋਣਾ ਨਾ, ਭਜਨ ਕਰਦਿਆਂ ਪਰਮੇਸ਼ਰ ਨੂੰ ਚੇਤੇ ਕਰਦਿਆਂ, ਉਹ ਨੀਂਦ ਬੜੀ ਸਵਾਦਲੀ ਹੁੰਦੀ ਹੈ। ਉਸ ਨੀਂਦ 'ਚ ਆਏ ਹੋਏ ਸੁਪਨੇ ਬੜੇ ਵਧੀਆ ਹੁੰਦੇ ਆ। ਉਹਨਾਂ ਸੁਪਨਿਆਂ ਵਿੱਚ ਕਿਤੇ ਤੁਸੀਂ ਗੁਰੂ ਘਰ ਦੀ ਯਾਤਰਾ ਕਰ ਰਹੇ ਹੋਵੋਗੇ, ਉਸ ਨੀਂਦ ਵਿੱਚ ਆਏ ਹੋਏ ਸੁਪਨਿਆਂ 'ਚ ਕਿਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਰਹੇ ਹੋਵੋਗੇ, ਕਿਤੇ ਗੁਰਬਾਣੀ ਪੜ੍ਹ ਰਹੇ ਹੋਵੋਗੇ, ਕਿਸੇ ਗੁਰਸਿੱਖ ਗੁਰਮੁਖ ਦੇ ਦਰਸ਼ਨ ਦਿਦਾਰੇ ਹੋ ਰਹੇ ਹੋਣਗੇ। ਤੇ ਜੇ ਨੀਂਦ ਵਸ ਹੋਣ ਤੋਂ ਪਹਿਲਾਂ ਖਿਆਲਾਤ ਹੀ ਮਾੜੇ ਨੇ ਤੇ ਫਿਰ ਸੁਪਨੇ ਵੀ ਉਸੇ ਤਰ੍ਹਾਂ ਦੇ ਚੱਲਦੇ। ਕਿਤੇ ਮਾਰ ਕਟਾਈ ਹੋ ਰਹੀ ਹੈ, ਕਿਤੇ ਚੋਰੀਆਂ ਹੋ ਰਹੀਆਂ ਨੇ, ਕਿਤੇ ਵੱਡਾ ਕੱਟ ਹੋ ਰਹੀ ਹੈ ਸੁਪਨੇ 'ਚ, ਕਿਤੇ ਡਰ ਨਾਲ ਹੀ ਭੱਜਿਆ ਫਿਰਦਾ ਹੈ, ਪਸੀਨੋ ਪਸੀਨੀ ਹੋਇਆ। ਫਿਰ ਉਦਾਂ ਦੇ ਆਉਂਦੇ, ਕਿਤੇ ਡਰਾਉਣੀਆਂ ਚੀਜ਼ਾਂ ਦਿਸ ਪਈਆਂ। ਮਰੇ ਜਿਹੜੇ ਪੁਰਾਣੇ ਨੇ ਰਿਸ਼ਤੇਦਾਰ ਸਰਬੰਧੀ, ਉਹ ਸੁਪਨੇ 'ਚ ਦਿਸੀ ਜਾਣਗੇ। ਖਿਆਲਾਤ ਜਦੋਂ ਮਾੜੇ। ਇਸ ਕਰਕੇ ਤੂੰ ਭਾਗਾਂ ਭਰੀਏ ਨੀਂਦੇ, ਤੂੰ ਆਵੇ। ਨੀਂਦ ਭਾਗਾਂ ਭਰੀ ਕਦੋਂ ਆਵੇ, ਉਹਨੂੰ ਯਾਦ ਕਰਦਿਆਂ ਕਰਦਿਆਂ। ਤੇ ਤੇਰੇ ਆਉਂਦਿਆਂ ਸ਼ਾਇਦ ਮਤਾਂ
ਮੇਰਾ 100 ਫਿਰ ਸੁਪਨੇ ਵਿੱਚ ਆ ਮਿਲੇ। ਤੈ ਸਾਹਿਬ ਕੀ ਬਾਤ ਜੇ ਆਖੈ, ਕਹੋ ਨਾਨਕ ਕਿਆ ਦੀਜੈ। ਮੇਰੇ ਸਾਹਿਬ ਦੀ ਮੈਨੂੰ ਕੋਈ ਬਾਤ ਸੁਣਾਵੇ, ਮੇਰੇ ਸਾਹਿਬ ਦੀ ਆ ਕੇ ਕੋਈ ਮੈਨੂੰ ਗੱਲ ਸੁਣਾਵੇ। ਮਹਾਰਾਜ ਜੀ ਕਹਿੰਦੇ ਮੈਂ ਉਸ ਨੂੰ ਕੀ ਭੇਟ ਕਰਾਂ, ਉਸ ਨੂੰ ਕੀ ਅਰਪਣ ਕਰਾਂ। ਮੇਰੇ ਸਾਹਿਬ ਦੀ ਕੋਈ ਮੈਨੂੰ ਬਾਤ ਸੁਣਾਵੇ, ਉਹਨੂੰ ਅਰਪਣ ਕੀ ਕਰਾਂ, ਭੇਟ ਕੀ ਕਰਾਂ। ਸੀਸ ਵੱਡੇ ਕਰ ਬੈਸਣ ਦੀਜੈ, ਵੇਣ ਸਿਰ ਸੇਵ ਕਰੀਜੈ। ਮੈਂ ਆਪਣੇ ਹੰਕਾਰ ਦਾ ਸਿਰ ਵੱਢ ਕੇ ਉਹਦੇ ਚਰਨਾਂ 'ਚ ਉਹਨੂੰ ਬੈਠਣ ਨੂੰ ਦੇਵਾਂ, ਔਰ ਬਿਨਾਂ ਸਿਰ ਤੋਂ ਬਿਨਾਂ ਹੰਕਾਰ ਤੋਂ ਮੇਰੇ ਸਾਹਿਬ ਦੀ ਬਾਤ ਸੁਣਾਉਣ ਵਾਲਿਆਂ ਦੀ ਸੇਵਾ ਟਹਿਲ ਕਰਾਂ। ਕਿਉਂ ਨਾ ਮਰੀਜੈ ਜੀੜਾ ਨਾ ਦੀਜੈ, ਜਾ ਸੋ ਭਇਆ ਵਿਡਾਣਾ। ਕਿਸੇ ਪੁੱਛਿਆ ਤੂੰ ਕਿਉਂ ਮਰ ਮਰ ਜਾਨੀ ਐ? ਆਖਿਆ ਕਿਉਂ ਨਾ ਮਰਾਂ, ਮੈਂ ਆਪਣਾ ਜੀੜਾ ਕਿਉਂ ਨਾ ਦਿਆਂ। ਜੇ ਮੇਰਾ 100 ਮੇਰੇ ਤੋਂ ਬਗਾਨਾ ਹੋਇਆ ਫਿਰਦਾ ਤੇ ਉਹਨੂੰ ਆਪਣਾ ਕਰਨ ਲਈ ਮੈਂ ਆਪਣਾ ਜੀੜਾ ਉਹਨੂੰ ਕਿਉਂ ਨਾ ਦਿਆਂ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਤਰਸ ਕਰਨ, ਸਾਡਾ ਇਹ ਗਾਵਿਆ ਤੇ ਸੁਣਿਆ ਸਾਹਿਬ ਜੀ ਥਾਂ ਪਾ ਲੈਣ। ਗੁਰੂ ਕੀ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਮੋਰੀ ਰੁਣ ਚੁਣ ਲਾਇਆ, ਮੋਰੀ ਰੁਣ ਚੁਣ ਲਾਇਆ, ਮੋਰੀ ਰੁਣ ਚੁਣ ਲਾਇਆ, ਮੋਰੀ ਰੁਣ ਚੁਣ ਲਾਇਆ। ਮੋਰੀ ਰੁਣ ਚੁਣ ਲਾਇਆ, ਮੋਰੀ ਰੁਣ ਚੁਣ ਲਾਇਆ। ਮੋਰੀ ਰੁਣ ਚੁਣ ਲਾਇਆ, ਮੋਰੀ ਰੁਣ ਚੁਣ ਲਾਇਆ। ਭੈਣੇ ਸਾਵਣ ਆਇਆ, ਭੈਣੇ ਸਾਵਣ ਆਇਆ। 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 ਮੋਰੀ ਰੁਣ ਚੁਣ ਲਾਇਆ, ਮੋਰੀ ਰੁਣ ਚੁਣ ਲਾਇਆ। ਮੋਰੀ ਰੁਣ ਚੁਣ ਲਾਇਆ, ਮੋਰੀ ਰੁਣ ਚੁਣ ਲਾਇਆ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।